ਆਦਰਣਾ ਸਾਥੀਓ, ਮੈਂ ਰਮਨ ਕੁਮਾਰ, ਪ੍ਰੋਗਰਾਮ ਖਬਰਸਾਰ ਨਾਲ ਮੇਰੇ ਹਾਜ਼ਰ ਹਨ ਸਾਡੇ ਮਾਹਰ ਮਹਿਮਾਨ ਦੇਸ਼ਰਾਜ ਕਾਲੀ ਹੋਰੀ। ਜੀ ਆਇਆਂ ਨੂੰ ਕਾਲੀ ਜੀ। ਤਿੰਨ ਟੌਪਿਕ ਲਵਾਂਗੇ ਅੱਜ ਜੀ। ਜੇ ਮੈਂ ਕਿਤੇ ਫਿਸਲ ਨਾ ਗਿਆ ਵਿੱਚ, ਕਿਤੇ ਕੋਈ ਹੋਰ ਅਜਿਹੀ ਗੱਲ ਯਾਦ ਆ ਜਾਏ ਕਿ ਲੱਗਦਾ ਕਿ ਦਰਸ਼ਕਾਂ ਨਾਲ ਸਾਂਝੀ ਕਰ ਲੈਣੀ ਚਾਹੀਦੀ ਹੈ। ਲੇਕਿਨ ਅਸੀਂ ਸ਼ੁਰੂਆਤ ਕਰਾਂਗੇ 31 ਜੁਲਾਈ ਦਾ ਦਿਨ, ਬੜਾ ਅਹਿਮ ਦਿਨ। ਸ਼ਹੀਦ ਊਧਮ ਸਿੰਘ, ਦੇਸ਼ ਦਾ ਮਹਾਨ ਸਪੂਤ, ਉਹਨਾਂ ਦੀ ਸ਼ਹਾਦਤ ਦਾ ਦਿਨ। ਇਸ ਦਿਨ ਉਹ ਸੂਲੀ 'ਤੇ ਟੰਗੇ ਗਏ ਸਨ। ਉਹਨਾਂ ਨੇ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ 21 ਸਾਲ ਬਾਅਦ ਜਾ ਕੇ ਬਦਲਾ ਲਿਆ ਜੀ। ਔਰ ਕਿਵੇਂ ਤੁਸੀਂ ਯਾਦ ਕਰਦੇ ਹੋ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ? ਇਹ ਲਾਸਾਨੀ ਸ਼ਹੀਦੀ ਹੈ ਔਰ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ, ਸ਼ਖਸੀਅਤ ਹੈ, ਇੱਕ ਦਪੰਗ, ਇੱਕ ਮਲੰਗ। ਕੁਝ ਵਾਰੀ ਪਹਿਲਾਂ ਅਮਰਜੀਤ ਚੰਦਨ ਹੋਰੀ ਸਾਡੇ ਪੰਜਾਬੀ ਦੇ ਵੱਡੇ ਰਾਈਟਰ ਨੇ, ਸ਼ਾਇਰ ਨੇ, ਖੋਜਾਰਥੀ ਨੇ, ਯੂਕੇ 'ਚ ਨੇ। ਉਹਨਾਂ ਨੂੰ ਬੜਾ ਸ਼ੌਕ ਹੈ ਇਸ ਤਰੀਕੇ ਦੀ ਹਿਸਟਰੀ ਨਾਲ ਸੰਬੰਧਿਤ ਕਾਗਜ਼ਾਤ, ਤਸਵੀਰਾਂ, ਉਹ ਰਿਕਾਰਡ, ਆਰਕਾਈਵਜ਼, ਉਹ ਨੀਚ ਦੇ ਨਾਲ ਉਹਨਾਂ ਕੋਲ ਕਿਆ ਰੇਅਰ ਤਸਵੀਰਾਂ ਨੇ ਗਦਰੀਆਂ ਦੀਆਂ, ਕਿਰਤੀ ਪਾਰਟੀ ਵਾਲਿਆਂ ਦੀਆਂ। ਜਾਂ ਈਵਨ ਉਹਨਾਂ ਨੇ ਹੀ ਇੱਕ ਤਸਵੀਰ ਇਹ ਪੈਦਾ ਕੀਤੀ ਕਿ ਇਸ ਰਿਕਾਰਡ 'ਚੋਂ ਖੰਗਾਲ ਕੇ ਲੈ ਕੇ ਆਏ ਉਹ ਸ਼ਹੀਦ ਊਧਮ ਸਿੰਘ ਹੋਰਾਂ ਦੀ ਹੈ। ਗੁਰਦੁਆਰੇ ਦੀ ਤਸਵੀਰ ਹੈ, ਉਹਨੀ ਪਗੜੀ ਬੱਧੀ ਹੋਈ ਹੈ ਔਰ ਉਹ ਲੰਗਰ ਦੇ ਵਿੱਚ ਰੋਟੀਆਂ ਵੇਲ ਰਹੇ ਨੇ, ਲੰਗਰ ਦੇ ਵਿੱਚ ਉਹ ਸੇਵਾ ਨਿਭਾ ਰਹੇ ਨੇ। ਤਾਂ ਉਹ ਤਸਵੀਰ ਜਿਹੜੀ ਹੈ ਉਹਨਾਂ ਦੀ ਆਤਮੀਅਤ ਦੀ ਕਿਤੇ ਨਾ ਕਿਤੇ, ਔਰ ਉਹਦਾ ਜਿਹੜਾ ਜਾਹੋ ਜਲਾਓ ਹੈ, ਜਿਹੜਾ ਸਾਡੇ ਕੋਲ ਸ਼ਹੀਦ ਜਿਸਮਾਨੀ ਤੌਰ ਤੇ ਵੀ ਕਾਫੀ ਲੰਬੇ ਚੌੜੇ, ਕਾਫੀ ਉੱਚੇ ਲੰਬੇ ਜਵਾਨ। ਔਰ ਮੈਂ ਉਹ ਤਸਵੀਰ ਤੁਹਾਨੂੰ ਉਹ ਦੱਸਦੀ ਹੈ ਉਹਨਾਂ ਦੀ ਪਰਸਨੈਲਿਟੀ ਦਾ ਇੱਕ ਉਹ ਪੱਖ, ਇੱਕ ਉਹ ਇਨੋਸੈਂਟ ਜਿਹਾ ਭੋਲਾ ਜਿਹਾ ਪੱਖ ਜਿਹਦੇ ਵਿੱਚ ਉਹ ਪੂਰੀ ਆਤਮੀਅਤ, ਸ਼ਰਧਾ ਦੇ ਨਾਲ ਉਹ ਲੰਗਰ 'ਚ ਇਨਵੋਲਵ ਨਹੀਂ ਆਇਆ। ਸਾਡੇ ਕੋਲ ਤਾਂ ਸ਼ਹੀਦ ਊਧਮ ਸਿੰਘ ਹੋਰਾਂ ਦੀ ਤਸਵੀਰ ਉਹੀ ਕੈਕਸਟਨ ਹਾਲ ਵਾਲੀ ਕਿ ਇੱਧਰੋਂ ਡੋਲਿਆਂ ਤੋਂ ਫੜਿਆ ਹੋਇਆ ਪੁਲਿਸ ਆਫੀਸਰ ਨੇ, ਇੱਧਰੋਂ ਫੜਿਆ ਹੋਇਆ ਤੇ ਉਹ ਬਾਂਹ ਉਛਾਲਦੇ। ਇਹ ਵੀ ਦੇਖਦੇ ਹਾਂ ਜਿਹੜੀ ਅਸੀਂ ਕੈਕਸਟਨ ਹਾਲ ਵਾਲੀ ਤਸਵੀਰ ਦੀ ਗੱਲ ਕਰਦੇ, ਜਿਹੜਾ ਇਹ ਜਦੋਂ ਉਹ 1919 ਵੇਲੇ ਦੇ ਜਿਹੜੇ ਗਵਰਨਰ ਸਨ ਮਾਈਕਲ ਡਵਾਇਰ, ਜਿਨ੍ਹਾਂ ਨੂੰ 31 ਮਾਰਚ 1940 ਨੂੰ ਉਹ ਗੋਲੀ ਦੇ ਨਾਲ ਵਿੰਨਦੇ ਨੇ, ਹਿਸਾਬ ਬਰਾਬਰ ਕਰਦੇ ਨੇ, ਬਦਲਾ ਲੈਂਦੇ ਨੇ। ਉਹ ਅਸੀਂ ਜਿਹੜੀ ਫੋਟੋ ਦੀ ਤੁਸੀਂ ਵੀ ਗੱਲ ਕਰਦੇ ਪਏ ਹੋ, ਅਸੀਂ ਉਹ ਦੇਖੀ ਹੋਈ। ਉਹਦੇ ਵਿੱਚ ਅਸੀਂ ਖਾਸ ਗੱਲ ਫਿਰ ਇਹ ਦੇਖਦੇ ਹਾਂ, ਇੱਕ ਤਾਂ 21 ਸਾਲ ਦਾ ਬਹੁਤ ਲੰਬਾ ਸਮਾਂ ਹੈ। 1919 ਔਰ 1940 ਦੇ ਵਿੱਚ ਇਹ ਦੁਨੀਆ ਗਾਂਦੇ ਨੇ, ਘੁੰਮਦੇ ਨੇ, ਥਾਂ ਥਾਂ ਕੰਮ ਕਰਦੇ ਨੇ, ਫੋਰਡ ਮੋਟਰਸ ਵੀ ਕੰਮ ਕਰਦੇ ਨੇ, ਮਕੈਨਿਕੀ ਕਰਦੇ ਨੇ, ਇਲੈਕਟ੍ਰੀਸ਼ਨ ਦਾ, ਤਰਖਾਣ ਦਾ ਕੰਮ ਕਰਦੇ ਨੇ। ਤੇ ਕਿਤੇ ਨਾਲ ਮਨ ਦੇ ਵਿੱਚ ਲੈ ਕੇ ਬੈਠੇ ਵੀ ਇਹ ਹਿਸਾਬ ਰਹਿੰਦਾ, ਬਿਲਕੁਲ ਇਹ ਕਰਨ ਵਾਲਾ ਰਹਿੰਦਾ। ਔਰ ਜੋ ਉਹਨਾਂ ਦੇ ਬਿਆਨ ਦਰਜ ਨੇ, ਇਤਿਹਾਸ ਦਾ ਹਿੱਸਾ ਨੇ, ਉਸ ਵੇਲੇ ਵੀ ਜਿਹੜੀ ਤੁਸੀਂ ਤਸਵੀਰ ਦੀ ਗੱਲ ਕਰਦੇ ਹੋ ਤਾਂ ਵੀ ਚਿਹਰੇ ਤੇ ਮੁਸਕਾਨ ਹੈ। ਪਤਾ ਹੈ ਮੈਂ ਸਿਰਫ ਔਰ ਸਿਰਫ ਸੂਲੀ ਟੰਗਿਆ ਜਾਣਾ। ਬਿਲਕੁਲ ਹਾਂਜੀ, ਸਾਫ਼ ਔਰ ਸਪਸ਼ਟ ਸ਼ਬਦਾਂ ਦੇ ਵਿੱਚ ਉੱਥੇ ਉਹ ਬਿਆਨ ਨੇ ਉਹਨਾਂ ਦੇ, ਉਹ ਦਰਜ ਨੇ, ਉਹ ਰਿਕਾਰਡ ਨੇ। ਔਰ ਇੰਨੇ ਬਰੇ ਇਹੋ ਜਿਹਾ ਲਾਵਾ ਅੰਦਰ ਲੈ ਕੇ ਫਿਰਦੇ ਰਹਿਣਾ, ਕਿੰਨੇ ਮਤਲਬ ਤੁਸੀਂ ਉਹਨਾਂ ਦਾ ਉਹ ਕਿਸ ਧਰਾਤਲ 'ਚ ਉਸ ਵੇਲੇ ਵਿਚਰ ਰਹੇ ਸੀ ਇਹ ਲੋਕ, ਔਰ ਦੇਸ਼ ਦੀ ਆਜ਼ਾਦੀ ਦੇ ਵਿੱਚ ਕਿਸ ਤਰੀਕੇ ਦਾ ਇਹਨਾਂ ਦਾ ਯੋਗਦਾਨ ਹੈ। ਔਰ ਜਿਸ ਵੇਲੇ ਅਮਰੀਕਾ ਨੇ, ਜਿਵੇਂ ਤੁਸੀਂ ਦੱਸਿਆ, 30-35 ਮੁਲਕਾਂ ਦਾ ਰਟਨ ਹੈ, ਉਹਨਾਂ ਦਾ ਘੁੰਮਣ ਦਾ ਇੱਕ ਆਪਣਾ ਹੀ ਹੈ। ਮੈਂ ਬਾਬਾ ਭਗਤ ਸਿੰਘ ਬਿਲਗਾ ਹੋਰੀ ਗਦਰੀ ਦੀ ਸੈਕੰਡ ਫੇਜ਼ ਦੇ ਗਦਰੀ ਹੋਏ ਨੇ, ਹੋਰਾਂ ਨੇ 100 ਸਾਲ ਤੋਂ ਉੱਪਰ ਦਾ ਜੀਵਨ, 103 ਸਾਲ ਦੇ ਕਰੀਬ। ਔਰ ਤੁਸੀਂ ਬਿਲਗਾ ਹੋਰਾਂ ਦੀ ਜੋ ਲਾਸਾਨੀ ਉਸ ਬਾਰੇ ਵੀ ਕਾਫੀ ਲੋਕ ਵਾਕਫ ਨੇ ਜੀ, ਜਿਨ੍ਹਾਂ ਦਾ ਖਾਸ ਤੌਰ ਤੇ ਇਸ ਪਾਸੇ ਦਿਲਚਸਪੀ ਹੁੰਦੀ ਹੈ, ਉਹ ਤਾਂ ਉਹਨਾਂ ਦੇ ਹਰ ਗੱਲ ਜਾਣਦੇ ਨੇ। ਤੁਸੀਂ ਇਹ ਵੀ ਹੈ ਕਿ ਤੁਸੀਂ ਬਿਲਗਾ ਹੋਰਾਂ ਦੀ ਜਾਨਿਬ ਤੋਂ ਕੁਝ ਊਧਮ ਸਿੰਘ ਹੋਰਾਂ ਬਾਰੇ ਦੱਸਣ ਲੱਗੇ, ਪਰ ਇਹ ਵੀ ਗੱਲ ਮੈਨੂੰ ਸ਼ੇਅਰ ਕਰ ਲੈਣੀ ਚਾਹੀਦੀ ਦਰਸ਼ਕਾਂ ਨਾਲ ਕਿ ਤੁਸੀਂ ਬਿਲਗਾ ਹੋਰਾਂ ਦੇ ਨਾਲ ਬਜ਼ਾਤੇ ਖੁਦ ਕਾਫੀ ਸਮਾਂ ਗੁਜ਼ਾਰਿਆ। ਮੈਂ 4-5 ਸਾਲ, ਮੈਂ ਤਾਂ ਕਹਿੰਦਾ ਹੁੰਦਾ ਮੈਂ ਬਾਬਾ ਜੀ ਦਾ ਮੁਨਸ਼ੀ ਰਿਹਾ। ਮੈਨੂੰ ਇਸ ਗੱਲ ਦਾ ਬੜਾ ਮਾਣ ਵੀ ਹੈ ਇਹਨਾਂ ਬਜ਼ੁਰਗਾਂ ਨੂੰ। ਜਿਸ ਵੇਲੇ ਮੈਂ ਅਰਜਨ ਸਿੰਘ ਗੜਗੱਜ ਹੋਰਾਂ ਨੂੰ
ਜਾਂ ਮਤਲਬ ਇਹਨਾਂ ਵੱਡੇ ਲੋਕਾਂ ਨੂੰ ਦੇਖਦਾ ਕਿ ਜਿਹੜੀ ਪੱਤਰਕਾਰੀ ਮੈਂ ਸ਼ੁਰੂ ਕੀਤੀ ਨਵਾਂ ਜ਼ਮਾਨਾ ਤੋਂ, ਜਾਂ ਕਾਮਰੇਡ ਜਗਜੀਤ ਸਿੰਘ ਆਨੰਦ ਹੋਰਾਂ ਨਾਲ ਅਸਿਸਟੈਂਟ ਐਡੀਟਰ ਦੇ ਤੌਰ ਤੇ, ਤਾਂ ਮੈਨੂੰ ਕਿਤੇ ਨਾ ਕਿਤੇ ਇਹਨਾਂ ਲੋਕਾਂ ਪ੍ਰਤੀ ਮੇਰਾ ਸਤਿਕਾਰ ਵੀ ਹੈ। ਤੇ ਬਾਬਾ ਜੀ, ਬਾਬਾ ਭਗਤ ਸਿੰਘ ਬਿਲਗਾ ਹੋਰੀ ਕਿਤੇ ਕਿਤੇ ਮੂਡ 'ਚ ਆ ਕੇ ਜਦੋਂ ਗੱਲਾਂ ਕਰਦੇ ਸੀ ਤਾਂ ਉਹ ਊਧਮ ਸਿੰਘ ਹੋਰਾਂ ਦੀਆਂ ਗੱਲਾਂ ਕਰਦਿਆਂ ਪਹਿਲੀ ਤਾਂ ਉਹਨਾਂ ਦਾ ਹਿਸਟੋਰੀਕਲ ਫੈਕਟ ਦੇ ਤੌਰ ਦੇ ਉੱਤੇ ਗੱਲਾਂ ਕਰ ਰਹੇ, ਕਿਵੇਂ ਉਹ ਗਦਰ ਪਾਰਟੀ, ਗਦਰਾਈਟਸ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਹੈ ਉਹ ਦੇਸ਼ ਭਗਤੀ ਵੱਲ ਨੂੰ ਉਹਨਾਂ ਦਾ ਖਾਸਾ ਝੁਕਾਅ ਹੋ ਜਾਂਦਾ। ਉਹ ਕਿਵੇਂ ਉਹਨਾਂ ਦੇ ਇਨ ਟੱਚ ਨੇ ਅਮਰੀਕਾ ਦੇ ਵਿੱਚ, ਫਿਰ ਇੰਗਲੈਂਡ ਦੇ ਵਿੱਚ ਵੀ ਉਹਨਾਂ ਸਾਥੀਆਂ ਨਾਲ ਜਿਹੜੇ ਹਿੰਦੁਸਤਾਨ ਵਰਕਰਸ ਐਸੋਸੀਏਸ਼ਨ ਨਾਲ ਜੁੜੇ ਹੋਏ ਸੀਗੇ, ਉਹਨਾਂ ਦੀਆਂ ਸਰਗਰਮੀਆਂ ਦੇ ਨਾਲ ਜੁੜੇ ਹੋਏ ਨੇ। ਤਾਂ ਬਾਬਾ ਜੀ ਕਹਿੰਦੇ ਕਿ ਉਹਦਾ ਇੱਕ ਸ਼ੌਕ ਸੀ, ਉਹ ਮੋਟਰਸਾਈਕਲ ਜਿਹੜਾ ਹੈ ਨਾ ਉਹ ਸਰਪਟ ਦੜਾਉਂਦੇ ਸੀ, ਤੇਜ਼ ਮੋਟਰਸਾਈਕਲ ਦੜਾਉਣ ਦਾ ਉਹਦਾ ਸ਼ੌਕ ਸੀ। ਉਹ ਹੱਸਦਿਆਂ ਨੇ ਉਹਨਾਂ ਨੇ ਕਹਿਣਾ ਕਿ ਉਹ ਡੀਲ ਡੋਲ ਨੂੰ ਲੈ ਕੇ, ਉਹਦੀ ਖੂਬਸੂਰਤੀ ਨੂੰ ਲੈ ਕੇ, ਉਹਦੇ ਕੱਦ ਕਾਠ ਨੂੰ, ਪਰਸਨੈਲਿਟੀ ਨੂੰ ਲੈ ਕੇ ਗੋਰੀਆਂ ਬੜੀਆਂ ਮਰਦੀਆਂ ਹੁੰਦੀਆਂ ਸੀ, ਮੁੰਡਾ ਸੋਹਣਾ ਬਹੁਤ ਸੀ। ਇਹ ਭਗਤ ਸਿੰਘ ਬਿਲਗਾ ਹੋਰਾਂ ਦੇ ਅਲਫਾਜ਼ ਨੇ, ਉਹ ਕਹਿੰਦੇ ਹੁੰਦੇ ਸੀ ਊਧਮ ਸਿੰਘ ਹੋਰਾਂ ਦੀ ਸ਼ਖਸੀਅਤ ਨੂੰ ਲੈ ਕੇ। ਅੱਛਾ, ਇਹ ਬੜੀ ਕਮਾਲ ਦੀ ਗੱਲ ਹੈ ਕਿ ਉਹਨਾਂ ਦੇ ਇਸ ਲਿਹਾਜ਼ ਨਾਲ ਅਸੀਂ ਸ਼ਹੀਦ ਊਧਮ ਸਿੰਘ ਹੋਰਾਂ ਦੀ ਜ਼ਿੰਦਗੀ ਦੇ ਅਨੇਕ ਅਲੱਗ-ਅਲੱਗ ਪਹਿਲੂ ਨਜ਼ਰ ਆਉਂਦੇ ਨੇ। ਹਾਂਜੀ, ਤੁਸੀਂ ਕਿਸ ਕਿਸਮ ਦਾ ਜੀਵਨ ਜੀ ਰਹੇ ਹੋ? ਤੁਸੀਂ ਇਹ ਵੀ ਹੈ ਕਿ ਤੁਸੀਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਵੀ ਇੱਕ ਵਾਰੀ ਫੜੇ ਜਾਂਦੇ ਹੋ, ਤੁਹਾਡੇ ਕੋਲੋਂ ਹਥਿਆਰ ਨਿਕਲਦੇ ਨੇ, ਤੁਸੀਂ ਗ੍ਰਿਫਤਾਰ ਹੁੰਦੇ ਹੋ, ਤੁਹਾਨੂੰ 5 ਸਾਲ ਦੀ ਸਜ਼ਾ ਵੀ ਹੈ, ਤੁਸੀਂ ਥਾਂ ਦੁਨੀਆ ਵੀ ਘੁੰਮਦੇ ਹੋ, ਅਨੇਕ ਕੰਮ ਵੀ ਕਰਦੇ ਹੋ, ਨਾਲ ਕਿਤੇ ਉਹ ਮੌਕਾ ਭਾਲਦੇ ਤਲਾਸ਼ਦੇ ਪਏ ਹੋ, ਯੂਕੇ ਵੀ ਜਾਂਦੇ ਹੋ, ਯੂਕੇ ਜਾ ਕੇ ਫਿਰ ਕਿਤੇ ਹੋਰ ਚੱਲ ਜਾਂਦੇ ਹੋ, ਫਿਰ ਆਉਂਦੇ ਹੋ, ਫਿਰ ਨਾਲ ਉਹ ਮੌਕੇ ਦੀ ਭਾਲ ਦੇ ਵਿੱਚ ਬਰਾਬਰ ਉਹ ਪੈਰਲਲ ਚੱਲ ਰਿਹਾ ਹੈ। ਇੱਕ ਸਮਾਨਾਂਤਰ ਤੁਹਾਡੇ ਅੰਦਰ ਜਨਰਲ ਡਾਇਰ ਨੂੰ ਮਾਰਨਾ ਹੈ, ਦਦਕਦੀ ਅੱਗ ਜਿਹੜੀ ਆ ਉਹ ਇੰਨੇ ਵਰੇ ਆਪਣੇ ਅੰਦਰ ਦਦਕਦੀ ਰੱਖਣਾ, ਕਿਉਂਕਿ ਤੁਹਾਨੂੰ ਹਾਲਾਤ ਘੜ ਰਹੇ ਹੁੰਦੇ ਨੇ, ਹਾਲਾਤ ਬਦਲ ਰਹੇ ਹੁੰਦੇ ਨੇ। ਜਨਰਲ ਡਾਇਰ ਹੈ ਜਿਹੜਾ ਮੌਕੇ ਦਾ ਕਾਤਲ ਹੈ, ਉਹ ਮਰ ਜਾਂਦਾ, ਫੌਤ ਹੋ ਚੁੱਕਾ, ਉਹਦੀ ਮੌਤ ਹੋ ਚੁੱਕੀ ਹੈ, ਉਹ ਤਾਂ ਸਵਾਹਾ ਹੋ ਗਿਆ, ਉਹ ਤਾਂ ਗਿਆ। ਹੁਣ ਉਹਦੇ ਕੋਲ ਹੈ ਕਿ ਮੈਂ ਬਾਕੀਆਂ ਦਾ ਹਿਸਾਬ ਕਰਨਾ। ਬਿਲਕੁਲ। ਹੁਣ ਮੌਕੇ ਦਾ, ਕਿਉਂਕਿ ਜੇ ਜਨਰਲ ਡਾਇਰ ਕਰ ਰਿਹਾ, ਕੁਝ ਉਹਦੀਆਂ ਆਪ ਖੁਦਰੀਆਂ ਵੀ ਨੇ ਡੈਫੀਨਿਟਲੀ, ਲੇਕਿਨ ਇਹ ਤਾਂ ਹੋ ਹੀ ਨਹੀਂ ਸਕਦਾ ਨਾ ਕਿ ਹਾਕਮ ਨੂੰ ਨਾ ਪਤਾ ਹੋਵੇ, ਕਿ ਗਵਰਨਰ ਪੰਜਾਬ ਨੂੰ ਨਾ ਪਤਾ ਹੋਵੇ ਬਿਲਕੁਲ ਕਿ ਕੀ ਹੋਣ ਜਾ ਰਿਹਾ। ਇਸੇ ਕਰਕੇ ਮੌਕੇ ਦੇ ਹਾਲਾਤ ਬਿਲਡ ਹੋ ਰਹੇ ਸੀ। ਬਿਲਕੁਲ ਉਹ ਵੱਖਰੇ ਸੀ। ਉਹਨੇ ਇੱਕ ਰਸਤਾ, ਆਰਡਰ ਤਾਂ ਉਦੋਂ ਹੀ ਆਉਂਦੇ ਸੀ ਸਾਰੇ, ਇੱਕ ਰਸਤਾ ਉਹਨੇ ਲੈ ਲਿਆ ਔਰ ਨਿਕਲਣ ਦਾ ਰਾਹ ਨਹੀਂ ਸੀ। ਉਹ ਸਾਡੀ ਇਸ ਵੇਲੇ ਜਲਿਆਂਵਾਲਾ ਬਾਗ ਦੀ ਕੌਮੀ ਯਾਦਗਾਰ ਹੈ, ਔਰ ਅੱਜ ਕੱਲ੍ਹ ਉਹਦੇ 'ਤੇ ਕੰਮ ਵੀ ਹੋ ਰਿਹਾ ਹੈ। ਉਹਨੂੰ ਮਤਲਬ ਨਵੇਂ ਸਿਰੇ ਉਹਨੂੰ ਨਵੀਂ ਲਿਖ ਦਿੱਤੀ ਜਾ ਰਹੀ ਹੈ, ਪੁਰਾਣਾ ਸੰਭਾਲ ਕੇ ਵੀ ਰੱਖਣਾ ਤੇ ਥੋੜ੍ਹਾ ਜਿਹਾ ਇਹਨੂੰ ਹੋਰ ਇਸ ਕਦਰ ਤਾਮੀਰ ਕੀਤਾ ਜਾਵੇ ਕਿ ਜਿਹੜੀ ਸਾਡੇ ਆਜ਼ਾਦੀ ਸੰਗਰਾਮ ਦੇ ਵਿੱਚ ਖਾਸ ਮੌਕਾ ਹੈ ਜਲਿਆਂਵਾਲੇ ਬਾਗ ਦਾ, ਉਸ ਪ੍ਰਤੀ ਲੋਕਾਂ ਦੀ ਸ਼ਰਧਾ ਆਸਥਾ ਹੋਰ ਵਧੇ, ਲੋਕਾਂ ਦਾ ਆਉਣਾ ਜਾਣਾ ਹੋਰ ਹੋਵੇ, ਉੱਥੇ ਆ ਕੇ ਸਿਰ ਨਿਵਾਉਣ ਆਪਣਾ। ਹਾਂਜੀ, ਤੋ ਮੈਂ ਇੱਕ ਹੋਰ ਜੀ ਉਹਨਾਂ ਦੇ ਸ਼ਖਸੀਅਤ ਦਾ ਪਹਿਲੂ, ਦੋ ਪਹਿਲੂ ਜਿਹੜੇ ਆ ਉਹ ਜ਼ਰੂਰੀ ਹੈ, ਕਿਉਂਕਿ ਦੇਖੋ ਜਿਸ ਮਰਹਲੇ ਤੇ ਅੱਜ ਅਸੀਂ ਆ ਕੇ ਖੜ ਗਏ, ਦੇਖੋ ਕਿਉਂਕਿ ਅੱਜ ਜੇ ਅਸੀਂ ਹਿਸਟਰੀ ਵੱਲ ਨੂੰ ਨਿਗਾਹ ਮਾਰਦੇ ਹਾਂ, ਉਹਨਾਂ ਦੇ ਅਕੀਦਿਆਂ ਵੱਲ ਨੂੰ ਨਿਗਾਹ ਮਾਰਦੇ ਹਾਂ, ਉਹਨਾਂ ਦੀਆਂ ਲੜਾਈਆਂ ਵੱਲ ਨੂੰ ਨਿਗਾਹ ਮਾਰਦੇ ਹਾਂ, ਤਾਂ ਕਿੰਨੀਆਂ ਕੁਰਬਾਨੀਆਂ ਨੇ, ਗਦਰਾਈਟਸ ਦੀਆਂ ਕਿੰਨੀਆਂ ਕੁਰਬਾਨੀਆਂ ਨੇ, ਬਬਰਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ, ਕਿਰਤੀਆਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ, ਨੌਜਵਾਨ ਭਾਰਤ ਸਭਾ ਦੀਆਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਅਸੀਂ ਜੇ ਯਾਦ ਕਰਦੇ ਹਾਂ ਤਾਂ ਕਿੰਨੀਆਂ ਕੁਰਬਾਨੀਆਂ ਨੇ, ਈਵਨ ਕਾਂਗਰਸੀ ਲੀਡਰਸ਼ਿਪ ਦੀਆਂ ਕਿੰਨੀਆਂ ਕੁਰਬਾਨੀਆਂ ਨੇ, ਲੜਾਈਆਂ ਨੇ, ਲੋਕਾਂ ਨੇ ਲੜਾਈਆਂ ਲੜੀਆਂ ਨੇ। ਮਹਾਤਮਾ ਗਾਂਧੀ ਹੋਰੀ ਕਿੰਨਾ ਅਹਿੰਸਾ ਦੇ ਨਾਂ ਦੇ ਉੱਤੇ, ਜਾਂ ਜੋ ਵੀ ਉਹਨਾਂ ਦੀਆਂ ਲੜਾਈਆਂ ਨੇ ਜਿਹੜੀਆਂ, ਉਹਨੂੰ ਕਿਸ ਤਰੀਕੇ ਨਾਲ ਕੈਟੇਗਰਾਈਜ਼ ਕਰੋ, ਪਰ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਜਿਨ੍ਹਾਂ ਲੋਕਾਂ ਦੀਆਂ ਜਿਹੜੇ ਕਾਲੇ ਪਾਣੀਆਂ ਦੇ ਵਿੱਚ ਗਏ ਨੇ, ਤਾਂ ਜਦੋਂ ਅੱਜ ਨੂੰ ਮੈਂ ਦੇਖਦਾ ਹਾਂ ਤਾਂ ਉਹਨਾਂ ਦੀ ਕੁਰਬਾਨੀਆਂ ਦੇ ਵਿੱਚ ਦੀ ਵੀ ਦੇਖਣਾ ਪੈਂਦਾ ਹੈ। ਅੱਜ ਜਿਸ ਵੇਲੇ ਊਧਮ ਸਿੰਘ ਹੋਰੀ ਆਪਣਾ ਪਾਸਪੋਰਟ ਮੁਹੰਮਦ ਸਿੰਘ ਆਜ਼ਾਦ ਨਾਮ ਨਾਲ ਬਣਾਉਂਦੇ ਨੇ, ਤਾਂ ਕਿਤੇ ਨਾ ਕਿਤੇ ਤਾਂ ਕੋਈ ਉਹਨਾਂ ਦੇ ਵਿੱਚ ਧਰਮ ਨਿਰਪੱਖਤਾ ਦਾ ਅਕੀਦਾ ਹੋਏਗਾ। ਅੱਜ ਸਾਡੇ ਪਟੀਸ਼ਨਾਂ ਪੈਣੀਆਂ ਸ਼ੁਰੂ ਹੋ ਗਈਆਂ ਕਿ ਸਾਡੇ ਸੰਵਿਧਾਨ ਦੇ ਵਿੱਚੋਂ ਜੀ ਧਰਮ ਨਿਰਪੱਖਤਾ ਤੇ ਸਮਾਜਵਾਦ ਸ਼ਬਦ ਹੀ ਉਡਾ ਦਿਓ। ਇਹ ਜਿਹੜੇ ਗਦਰੀ ਆਏ ਆ, ਮੁੜ ਕੇ ਸੈਕੰਡ ਫੇਜ਼ ਦੇ ਗਦਰੀ, ਜਿਸ ਵੇਲੇ ਮੈਂ ਨਹੀਂ ਕਹਿੰਦਾ ਕਿ ਅਸੀਂ ਰੂਸ ਪੱਖੀ ਹਾਂ, ਅਸੀਂ ਚੀਨ ਪੱਖੀ, ਅਸੀਂ ਅਮਰੀਕਾ ਪੱਖੀ ਹਾਂ, ਅਸੀਂ ਕੇਸ ਪੱਖੀ ਵੀ ਹਾਂ, ਪਰ ਕਿਤੇ ਨਾ ਕਿਤੇ ਤਾਂ ਉਹਨਾਂ ਦੇ ਸਟੱਡੀ ਸਰਕਲ ਉਸ ਸਮਾਜਵਾਦੀ ਉਹਨੂੰ ਕ੍ਰਿਟਿਸਾਈਜ਼ ਕੀਤਾ ਜਾ ਸਕਦਾ। ਸਹਿਮਤੀਆਂ ਵੱਖਰੀਆਂ ਨੇ, ਪਰ ਕਿਤੇ ਨਾ ਕਿਤੇ ਤਾਂ ਉੱਥੋਂ ਸਿਰ ਬਣਾ ਕੇ ਰਤਨ ਸਿੰਘ ਰਾਏਪੁਰ ਡੱਬਾ ਹੋਰਾਂ ਦੀ, ਬਾਬਾ ਬੂਝਾ ਸਿੰਘ ਹੋਰਾਂ ਦੀ ਕੁਰਬਾਨੀ 28 ਜੁਲਾਈ ਨੂੰ ਉਹਨਾਂ ਦੀ ਸ਼ਹਾਦਤ ਦਾ ਦਿਨ ਅਸੀਂ ਡਿਸਕਸ ਕਰਕੇ ਹਟੇ ਹਾਂ। ਗਦਰੀ ਸਾਡੇ ਜੁਝਾਰੂ ਨੇ ਜੀ,
ਗੱਲ ਚਲੋ ਉਦਮ ਸਿੰਘ ਹੋਰਾਂ ਦੀ ਕਰਦੇ ਕਰਦੇ ਨਾਲ ਹੀ ਗੱਲਾਂ ਬੜੀਆਂ ਅਹਿਮ ਹੋ ਜਾਂਦੀਆਂ ਨੇ। ਜੀ। ਇਹ ਜਿਹੜੇ ਗਦਰੀ ਜੁਝਾਰੂ ਨੇ, ਚਲੋ ਉਹਨਾਂ ਨੂੰ ਬਾਬਿਆਂ ਦਾ ਅਸੀਂ ਉਹ ਰਿਸਪੈਕਟ ਪਕਵਾਦਾ ਪਕੋ ਕਹਿੰਦੇ ਹਾਂ, ਇਹਨਾਂ ਦੀ ਜਿਹੜੀ ਸਫਰਿੰਗ ਹੈ ਜੀ, ਇਹਨਾਂ ਦਾ ਜੋ ਚੱਲਣਾ ਹੈ ਜੀ, ਇਹਨਾਂ ਦੇ ਜੋ ਕਸ਼ਟ ਹਨ ਜੀ, ਇਹਨਾਂ ਦਾ ਜੋ ਕੰਟਰੀਬਿਊਸ਼ਨ ਹੈ, ਜੋ ਇਹਨਾਂ ਨੂੰ ਸਜ਼ਾਵਾਂ ਭੁਗਤਣੀਆਂ ਪਈਆਂ, ਜੋ ਕਾਲੇ ਪਾਣੀ ਦਾ ਜ਼ਿਕਰ ਕੀਤਾ ਹੈ, ਉੱਥੇ ਕਿਸ ਕਦਰ ਹਾਲਾਤ ਜਿਹੜੇ ਨੇ ਅਣਮਨੁੱਖੀ ਗੈਰ ਮਨੁੱਖੀ ਰੂਸ ਦੀਆਂ ਯਾਤਨਾਵਾਂ ਨਾਲ ਵੱਖਰੀਆਂ। ਇਹ ਨਹੀਂ ਕਿ ਮੇਨਲੈਂਡ ਤੋਂ ਵੱਖਰਾ ਕਰਤਾ ਗਿਆ, ਯਾਤਨਾਵਾਂ ਵੱਖਰੀਆਂ ਨੇ ਨਾਲ। ਬਹੁਤ ਜ਼ਿਆਦਾ ਉਹਨਾਂ ਦੀ ਜੋ ਸਫਰਿੰਗ ਹੈ ਔਰ ਜੋ ਕੰਟਰੀਬਿਊਸ਼ਨ ਹੈ, ਉਹਨੂੰ ਮੈਨੂੰ ਲੱਗਦਾ ਹੈ ਕਿ ਸਾਡੀ ਸੁਸਾਇਟੀ ਵੱਲੋਂ, ਸਾਡੇ ਮੁਲਕ ਵੱਲੋਂ ਉਸ ਕਦਰ ਸਹੀ ਨਹੀਂ ਪਾਈ ਗਈ, ਉਹਦੇ ਉੱਪਰ ਉਸ ਕਦਰ ਉਹਨਾਂ ਨੂੰ ਸਲਾਮ ਨਹੀਂ ਕੀਤਾ ਗਿਆ ਉਸ ਕਦਰ। ਤੋਂ ਤੁਹਾਡੀ ਕੀ ਰਾਏ ਹੈ? ਮੈਨੂੰ ਲੱਗਦਾ ਹੈ ਕਿ ਇਹ ਕ੍ਰਾਂਤੀਕਾਰੀ ਜਿਹੜੀਆਂ ਲਹਿਰਾਂ ਹੋਈਆਂ ਨੇ, ਉਹਨਾਂ ਲਹਿਰਾਂ ਦੇ ਵਿੱਚੋਂ ਜੇ ਮੈਂ ਪੰਜਾਬ ਨਾਲ ਜੁੜੀਆਂ ਹੋਈਆਂ ਦੀ ਵੀ ਗੱਲ ਕਰਾਂ ਤਾਂ ਅੰਜੇਮਨ ਮੋਹਬਾਨੇ ਵਤਨ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹ ਭਾਰਤ ਮਾਤਾ ਸੁਸਾਇਟੀ ਬਣਦੀ ਹੈ। 1911 ਦੀ ਲੜਾਈ ਜਿਹੜੀ ਪਗੜੀ ਸੰਭਾਲ ਜੱਟਾ ਮੂਵਮੈਂਟ ਵਾਲੀ, ਉਹ ਕਿਸ ਤਰੀਕੇ ਦੇ, ਉਹਦੇ ਵਿੱਚ ਵੀ ਚਾਚਾ ਅਜੀਤ ਸਿੰਘ, ਸ਼ਹੀਦ ਆਜ਼ਮ ਦੇ ਚਾਚਾ ਅਜੀਤ ਸਿੰਘ ਹੁਣੀ, ਲਾਲਾ ਲਾਜਪਤ ਰਾਏ ਹੋਰੀ, ਜਾਂ ਉਹ ਗਰਮ ਖਿਆਲੀਏ ਕੁਛ ਲੋਕ ਜਿਹੜੇ ਜਿਹਦੇ ਵਿੱਚ ਅਰਜਨ ਸਿੰਘ ਹੋਰੀ, ਕਿਸ਼ਨ ਸਿੰਘ ਹੋਰੀ, ਜਿਹੜੇ ਉਸ ਵੇਲੇ ਦੇ ਟਰੈਕਟ ਨੇ, ਉਸ ਵੇਲੇ ਦੀ ਇਕਨੋਮੀ ਨੂੰ ਲੈ ਕੇ, ਅੰਗਰੇਜ਼ਾਂ ਦੀ ਲੁੱਟ ਨੂੰ ਲੈ ਕੇ, ਉਹ ਇੱਕ ਬੜੀ ਵੱਡੀ ਲਹਿਰ ਹੈ ਲੋਕਾਂ ਦੇ ਵਿੱਚ ਪੈਦਾ ਕੀਤੀ ਜਾਂਦੀ। ਪਰ ਉਸ ਲਹਿਰ ਨੂੰ ਸਾਡੇ ਕਿਤੇ ਵੀ ਉਸ ਮਾਨਤਾ ਜਿੱਧਰ ਨੂੰ ਤੁਸੀਂ ਇਸ਼ਾਰਾ ਕੀਤਾ, ਇਸੇ ਤਰ੍ਹਾਂ ਗਦਰੀਆਂ ਦੀ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਧ ਸ਼ਹਾਦਤਾਂ ਪਾਉਣ ਵਾਲੇ 7 ਗਦਰੀਆਂ ਨੂੰ ਇੱਕ ਵਾਰੀ ਫਾਂਸੀ, ਇੱਕੋ ਟਾਈਮ ਦੇ ਉੱਤੇ ਫਾਂਸੀ 5 ਗਦਰੀਆਂ ਨੂੰ, ਉਹਦੇ ਵਿੱਚ ਹਾਫਿਜ਼ ਅਬਦੁੱਲਾ ਹੋਰੀ ਵੀ ਸ਼ਾਮਲ ਨੇ, ਭਾਈ ਬਲਵੰਤ ਸਿੰਘ ਖੁਰਦਪੁਰ। ਔਰ ਨਾਲ ਫਿਰ ਫਾਂਸੀਆਂ ਦੇ ਨਾਲ ਬਹੁਤ ਇੰਤਹਾ ਦੇ ਅਣਮਨੁੱਖੀ ਤਸੀਹੇ ਵੀ, ਜਾਤਨਾਵਾਂ ਜਿਹੜੀਆਂ ਨੇ, ਜਿਹੜੀਆਂ ਕਾਲੇ ਪਾਣੀ ਦੀਆਂ ਜਾਤਨਾਵਾਂ ਨੇ ਨਾ, ਉਹ ਤਾਂ ਮੈਂ ਬਾਬਾ ਸੋਹਣ ਸਿੰਘ ਭਕਨਾ ਹੋਰੀ ਬਾਨੀ ਪ੍ਰਧਾਨ ਹੋਏ ਨੇ, ਉਹਨਾਂ ਦੀ ਕਿਤਾਬ ਆਟੋਬਾਇਓਗ੍ਰਾਫੀ, ਉਹਨਾਂ ਦੀ ਸਵੈ ਜੀਵਨੀ ਹੈ, ਉਹਦੇ ਵਿੱਚ ਉਹ ਕਿਵੇਂ ਉਹ ਜਦੋਂ ਉੱਥੇ ਦੀਆਂ ਅੰਡੇਮਾਨ ਆਪਣੇ ਕਾਲੇ ਪਾਣੀ ਸੈਲੂਲਰ ਜੇਲ੍ਹ ਦੀਆਂ ਜਿਹੜੀਆਂ ਜਾਤਨਾਵਾਂ ਦੀ ਡੰਡਾ ਬੇੜੀ, ਬੈਂਤ, ਪਿੰਜਰਾ ਬੰਦ, ਐਸੀਆਂ ਉੱਥੇ ਸਖਤ ਸਜ਼ਾਵਾਂ ਨੇ, ਰੋਂਗਟੇ ਖੜੇ ਹੋ ਜਾਂਦੇ ਨੇ। ਤੁਸੀਂ ਦੇਖੋ ਨਾ, ਉੱਥੇ ਫਿਰ ਕੰਟਰੋਵਰਸੀ ਸ਼ੁਰੂ ਹੋ ਜਾਂਦੀ ਹੈ ਕਿ ਵੀਰ ਸਵਰਕਰ ਵਰਗੇ ਬੰਦੇ ਉੱਥੇ ਮੁਆਫੀਨਾਮਾ ਲੈ ਕੇ ਫਿਰ ਬਾਹਰ ਆਉਂਦੇ ਨੇ ਕਿ ਭਾਈ ਮੈਂ ਅੱਗੇ ਤੋਂ ਬਾਅਦ ਇਹੋ ਜਿਹੀਆਂ ਗੱਲਾਂ ਨਹੀਂ ਕਰਾਂਗਾ। ਕਿਤੇ ਨਾ ਕਿਤੇ ਐਸੀਆਂ ਜਾਤਨਾਵਾਂ ਤੋਂ ਤਰਹਿੰਦਾ ਇੱਕ ਇੰਟੈਲੈਕਚੁਅਲ ਲੋਕ ਬੰਦਾ ਹੈ, ਉਹਦੀ ਵਿਚਾਰਧਾਰਾ ਨਾਲ ਸਹਿਮਤ ਹੋਈਏ ਨਾ ਹੋਈਏ, ਉਹਦੀ ਲੜਾਈ ਨਾਲ ਸਹਿਮਤ ਹੋਈਏ ਨਾ ਹੋਈਏ, ਪਰੰਤੂ ਉਹ ਕਿਤੇ ਨਾ ਕਿਤੇ ਉਹਨਾਂ ਯਾਤਨਾਵਾਂ ਦੇ ਪ੍ਰਭਾਵ ਦਾ ਤੁਸੀਂ ਜਿਹੜਾ ਹੈ ਉਹ ਦੇਖ ਸਕਦੇ ਆ ਕਿ ਕਿਹੋ ਜਿਹਾ ਉਹ ਸਾਰੇ ਦਾ ਸਾਰਾ ਪ੍ਰਭਾਵ ਸੀ। ਸੋ ਮੈਨੂੰ ਲੱਗਦਾ ਕਿ ਜਦੋਂ ਅਸੀਂ ਉਹਦੇ ਥਰੂ ਅੱਜ ਆਪਣੇ ਭਾਰਤ ਨੂੰ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਉਦਾਸੀ ਦਾ ਮਾਹੌਲ ਥੋੜਾ ਜਿਹਾ ਆਉਂਦਾ ਕਿ ਯਾਰ ਜੇ ਇਸ ਭਾਰਤ ਦੀ ਕਲਪਨਾ ਕਰਕੇ ਉਹ ਫਾਂਸੀਆਂ ਝੂਲੇ, ਉਹ ਭਾਰਤ ਸਾਨੂੰ ਨਜ਼ਰ ਨਹੀਂ ਆਇਆ। ਭਾਰਤ ਸੀ ਉਹ ਆਜ਼ਾਦੀ ਤੁਹਾਨੂੰ ਕਿਉਂ ਚਾਹੀਦੀ ਹੈ? ਆਜ਼ਾਦੀ ਦੇਖੋ, ਜਿਹੜੀ ਹਕੂਮਤ ਹੈ, ਕਲੋਨੀਅਲ ਹਕੂਮਤ ਵੀ ਹੈ, ਉਹ ਥਾਂ ਰਾਜ ਵੀ ਕਰਦੀ ਹੈ। ਕਿਉਂ ਕਰਦੀ ਹੈ? ਅਲਟੀਮੇਟਲੀ ਇਟਸ ਆਲ ਅਬਾਊਟ ਇਕਨੋਮਿਕਸ। ਤੁਸੀਂ ਇੱਥੋਂ ਦੇ ਸਾਰੇ ਜੋ ਸੋਮੇ ਨੇ, ਕੱਚਾ ਮਾਲ ਹੈ, ਦੂਜੀਆਂ ਚੀਜ਼ਾਂ ਨੇ, ਕਿਵੇਂ ਤੁਸੀਂ ਇੱਥੋਂ ਉਗਰਾ ਕੇ ਉਹਨਾਂ ਨੂੰ ਤਿਆਰ ਕਰਕੇ, ਔਰ ਕਿਵੇਂ ਕਿਸ ਤਰ੍ਹਾਂ ਦੀ ਤੁਸੀਂ ਇੱਥੇ ਮਾਲੀਆ ਇਕੱਠਾ ਕਰਨਾ ਹੈ, ਕਿਵੇਂ ਤੁਸੀਂ ਟੈਕਸ ਸਿਸਟਮਸ ਬਣਾਉਣੇ ਨੇ, ਕਿਵੇਂ ਤੁਸੀਂ ਬੰਦਿਆਂ ਨੂੰ ਬਿਲਕੁਲ ਅਪੰਗ ਕਰ ਦੇਣਾ ਹੈ, ਕਿਸੇ ਜੋਗੇ ਨਾ ਰਹਿਣ, ਬਸ ਰੋਟੀ ਰੋਜ਼ੀ ਦੇ ਆਸੇ ਪਾਸੇ ਲੜਦੇ ਕਰਦੇ ਮਰਦੇ ਰਹਿਣ। ਔਰ ਤੁਸੀਂ ਆਪਣੀ ਜਿੰਨੀਆਂ ਮੌਜ ਮਸਤੀਆਂ ਜੇ ਕਰ ਸਕਦੇ ਜੇ ਕਰਦੇ ਰਹੋ। ਲੇਕਿਨ ਉਹੀ ਗੱਲ ਹੈ ਕਿ ਜਿਹੜੀ ਗੱਲ ਸੌਰੀ ਜਿਹੜੀ ਤੁਸੀਂ ਕਰ ਰਹੇ ਸੀਗੇ, ਮੈਂ ਉਹਨਾਂ ਦੇ ਨਾਲ ਗਦਰਾਈਟਸ ਦੇ ਸਾਡੇ ਅਮਰੀਕਾ ਕੈਨੇਡਾ ਵਾਲੇ ਦੋਸਤ ਸਾਰੇ ਜਾਣਦੇ ਆ, ਉਹਨਾਂ ਦੀਆਂ ਯਾਦਾਂ ਮਨਾਉਂਦੇ ਨੇ, ਕਾਮਾਗਾਟਾ ਮਾਰੂ ਦੀਆਂ ਯਾਦਾਂ ਮਨਾਉਂਦੇ ਨੇ। ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਕਿਸ ਤਰੀਕੇ ਦੇ ਨਾਲ ਗਦਰ ਅਖਬਾਰ ਕੱਢਦੀ ਗਦਰ ਪਾਰਟੀ, ਉਹ ਆਪਣੇ ਲੱਖਾਂ ਕਰੋੜਾਂ ਦੀਆਂ ਜਾਇਦਾਦਾਂ, ਬਿਜ਼ਨਸ, ਬਾਬਾ ਮੈਂ ਜਵਾਲਾ ਸਿੰਘ ਹੋਰਾਂ ਨੂੰ ਐਟ ਦੈਟ ਟਾਈਮ ਹੀ ਵਾਸ ਦਾ ਪੋਟੈਟੋ ਕਿੰਗ ਆਫ ਕੈਲੀਫੋਰਨੀਆ, ਕਿੰਗ, ਲੱਖਾਂ ਦੀ ਜਾਇਦਾਦ ਤੇ ਆਪਣੇ ਆਲੂਆਂ ਦਾ ਵਪਾਰ ਛੱਡ ਕੇ ਇੱਥੇ ਆਣ ਕੇ ਫਾਹੇ ਲੱਗਣ ਨੂੰ ਆ ਗਏ। ਕੈਲੀਫੋਰਨੀਆ ਦੇ ਵਿੱਚ ਇਹਨਾਂ ਦਾ ਸਦਰ ਮਕਾਮ ਸੀ ਗਦਰਾਈਟਸ ਦਾ ਨਾ, ਉੱਥੇ ਬੜਾ ਵੱਡਾ ਅਮਰੀਕਾ ਕੈਲੀਫੋਰਨੀਆ, ਕਿਉਂਕਿ ਸਾਡਾ ਤੇ ਚੈਨਲ ਜਿਹੜਾ ਹੈ ਉੱਥੋਂ ਦੇ ਲੋਕਾਂ ਵਾਸਤੇ ਕਾਫੀ ਲੋਕਾਂ ਨੂੰ ਪਤਾ ਹੋਣਾ ਹੈ, ਜਿਨ੍ਹਾਂ ਨੂੰ ਜੇਕਰ ਘੱਟ ਪਤਾ ਹੈ ਜਾਂ ਜਿਨ੍ਹਾਂ ਦਾ ਧਿਆਨ ਕਦੀ ਇਹਨਾਂ ਗੱਲਾਂ ਵਾਲੇ ਪਾਸੇ ਨਹੀਂ ਪਿਆ, ਇੱਕ ਬੜੀ ਅੱਛੀ ਗੱਲ ਹੈ ਤੁਸੀਂ ਇਹਨਾਂ ਨੂੰ ਉਸ ਪਾਸੇ ਲੈ ਕੇ ਜਾ ਰਹੇ ਹੋ, ਆਪਣੀ ਅੱਜ ਦੀ ਪੀੜ੍ਹੀ ਨੂੰ। ਵੈਸੇ ਉੱਥੇ ਯਾਦ ਗਦਰੀ ਬਾਬਿਆਂ ਦੀ ਯਾਦ 'ਚ ਮੇਲੇ ਵੀ ਲੱਗਦੇ ਨੇ, ਕੈਨੇਡਾ ਵਾਲੇ ਕਾਮਾਗਾਟਾ ਮਾਰੂ ਦੀ ਯਾਦ ਦੇ ਵਿੱਚ ਉਹਨੇ ਲੜਾਈ ਲੜ ਕੇ ਉਸ ਯਾਦ ਨੂੰ
ਨਵਿਆਇਆ ਵੀ ਬਣਵਾਇਆ ਵੀ ਹੈ। ਮੈਨੂੰ ਲੱਗਦਾ ਉਹਨਾਂ ਦੀ ਇਨਵੋਲਵਮੈਂਟ ਹੈ ਹੀ ਉਹਦੇ ਵਿੱਚ। ਤੇ ਚਲੋ ਜੀ, ਇਸ ਬਹਾਨੇ ਸ਼ਹੀਦ ਊਧਮ ਸਿੰਘ ਹੋਰਾਂ ਦੀ ਕੁਰਬਾਨੀ ਬਾਬਤ ਅਸੀਂ ਕਿੰਨੀਆਂ ਗੱਲਾਂ ਕਾਲੀ ਹੋਰਾਂ ਨੇ ਹੋਰ ਕਰ ਲਈਆਂ, ਗਦਰੀ ਬਾਬਿਆਂ ਦੀਆਂ ਕਰ ਲਈਆਂ। ਅਸੀਂ ਅਮਰੀਕਾ ਉੱਥੇ ਬੈਠ ਕੇ ਜਿਹੜੇ ਜਿੱਥੋਂ ਆਗਾਜ਼ ਹੁੰਦਾ ਹੈ, ਗਦਰੀ ਮੁਹਿੰਮ ਦਾ ਆਗਾਜ਼ ਹੁੰਦਾ ਹੈ, ਉੱਥੇ ਵੱਡੇ ਪੱਧਰ ਦੇ ਕੰਮ ਕੀਤੇ ਜਾਂਦੇ ਹੋ। ਜਿਵੇਂ ਤੁਸੀਂ ਆਖਿਆ ਕਿ ਉੱਥੋਂ ਦੀ ਸੁੱਖ ਸੁਵਿਧਾ ਛੱਡ ਕੇ ਅਮਰੀਕਾ ਦੀ ਇੱਧਰ ਆ ਕੇ ਕੰਮ ਛੱਡ ਕੇ ਆਏ, ਵੱਡੀਆਂ ਗੱਲਾਂ ਨੇ, ਬਹੁਤ ਵੱਡੀਆਂ ਗੱਲਾਂ ਨੇ। ਅਸੀਂ ਅਗਲੇ ਟੌਪਿਕ ਵੱਲ ਵਧਦੇ ਹਾਂ ਜੀ। ਅੰਮ੍ਰਿਤਸਰ ਤੋਂ ਖਬਰ ਹੈ, ਅੰਮ੍ਰਿਤਸਰ ਲਾਗੇ ਜੰਡਿਆਲਾ ਹੈ, ਜੰਡਿਆਲੇ ਲਾਗੇ ਪਿੰਡ ਮੁੱਛਲ ਹੈ, ਔਰ ਇਹ ਤਾਜ਼ਾ ਖਬਰ ਹੈ, ਮਾੜੀ ਖਬਰ ਹੈ। 7-8 ਮੌਤਾਂ ਹੋਈਆਂ ਜ਼ਹਿਰੀਲੀ ਸ਼ਰਾਬ ਪੀਣ ਕਰਕੇ। ਪੁਲਿਸ ਕਹਿ ਰਹੀ ਹੈ 4 ਹੋਈਆਂ ਨੇ, ਲੋਕ ਕਹਿ ਰਹੇ ਨੇ 8 ਹੋਈਆਂ ਨੇ, ਮੌਤਾਂ ਹੋਈਆਂ ਨੇ ਔਰ ਵੱਡਾ ਨੁਕਸਾਨ ਹੋਇਆ ਹੈ। ਇਹ ਜਿਹੜੀ ਖਬਰ ਹੈ ਇਸ ਬਾਬਤ ਪਲੱਸ ਜੋ ਇਹਦੇ ਨਾਲ ਕੁਝ ਹੋਰ ਵਾਪਰਿਆ ਜਾਂ ਜੋ ਨਹੀਂ ਹੋਇਆ, ਜੋ ਹੋਣਾ ਚਾਹੀਦਾ ਸੀ, ਉਸ ਬਾਬਤ ਦਰਸ਼ਕਾਂ ਨਾਲ ਗੱਲਬਾਤ। ਦੇਖੋ, ਅਸੀਂ ਕਿਹੜਿਆਂ ਅਕੀਦਿਆਂ ਦੀ ਗੱਲ ਕਰਦੇ ਕਰਦੇ ਅਸੀਂ ਕਿੱਥੇ ਆਣ ਕੇ ਡਿੱਗ ਗਏ ਹਾਂ। ਮੈਂ ਤਾਂ ਇਹ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਦਾ ਪਿੰਡ ਹੋਵੇ, ਜੰਡਿਆਲੇ ਵਰਗੇ ਕਸਬੇ ਦੇ ਲਾਗੇ ਦਾ ਪਿੰਡ ਹੋਵੇ, ਬੜੇ ਮਹੱਤਵਪੂਰਨ ਹੁੰਦੇ ਨੇ ਇਹੋ ਜਿਹੇ ਕਸਬਿਆਂ ਦੇ ਵਿੱਚ ਪੁਲਿਸ ਤੰਤਰ ਦਾ, ਸਟੇਟ ਦਾ, ਸਾਰੀ ਦੀ ਸਾਰੀ ਸਰਕਾਰਾਂ ਦੀ ਭੂਮਿਕਾ, ਉੱਥੇ ਦੇ ਲੋਕਲ ਲੀਡਰਸ਼ਿਪ ਦੀ, ਪਾਰਟੀਆਂ ਦੀ, ਸਾਰੀ ਆਪੋਜੀਸ਼ਨ ਦੀ ਭੂਮਿਕਾ। ਤਾਂ 7 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਅਖਬਾਰਾਂ ਦੇ ਵਿੱਚ। ਇੱਕ ਖਤਰੇ ਦੇ ਵਿੱਚ ਜੂਝ ਰਹੀ ਜ਼ਿੰਦਗੀ ਹੈ। ਮੁੱਛਲ ਪਿੰਡ ਦੇ 5 ਵਿਅਕਤੀ ਜਿਹੜੇ ਨੇ, ਇੱਕੋ ਹੀ ਪਿੰਡ ਦੇ 5 ਵਿਅਕਤੀ ਮਾਰੇ ਗਏ। ਬਲਜਿੰਦਰ ਕੌਰ ਨਾਂ ਦੀ ਬੀਬੀ ਹੈ ਜਿਹੜੀ ਸ਼ਰਾਬ ਦਾ ਕਾਰੋਬਾਰ ਕਰਦੀ ਹੈ ਔਰ ਨਜਾਇਜ਼ ਸ਼ਰਾਬ ਦਾ, ਦੇਸੀ ਸ਼ਰਾਬ, ਔਰ ਜ਼ਹਿਰੀਲੀ ਸੀ। ਜਿਹੜੀ ਤਾਜ਼ਾ ਖੇਪ ਹੋਏਗੀ ਉਹਦੀ, ਉਹ ਜ਼ਹਿਰੀਲੀ ਦੇ ਨਾਲ 7 ਮੌਤਾਂ, 8ਵੀਂ ਮੌਤ ਤੇ ਜ਼ਿੰਦਗੀ ਦੀ ਲੜਾਈ। ਜੇ ਹਾਲਾਂਕਿ ਪੁਲਿਸ 4 ਕਹਿੰਦੀ ਰਹੀ, ਤਾਂ ਇਹਦੇ ਵਿੱਚ ਮਹੱਤਵਪੂਰਨ ਗੱਲ ਦੇਖੋ, ਮੌਤ ਹੋਣੀ ਤਾਂ ਹੈ। ਸਭ ਤੋਂ ਵੱਡੀ ਇਹ ਗੱਲ ਜਿਹੜੀ ਆ ਰਹੀ ਹੈ ਕਿ ਉਹ ਪਿੰਡ ਵਿੱਚ ਲੋਕ ਕਹਿ ਰਹੇ ਨੇ ਕਿ ਸੰਸਕਾਰ ਕਰ ਦਿੱਤਾ ਗਿਆ ਜੀ, ਬਿਨਾਂ ਪੁਲਿਸ ਨੂੰ ਇਤਲਾਹ ਦਿੱਤੇ ਆ, ਬਿਨਾਂ ਪੋਸਟਮਾਰਟਮ ਦੇ, ਔਰ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਇੱਕ ਪ੍ਰੈਸ਼ਰ ਸਾਡੇ ਉੱਤੇ ਸੀ ਐਸਾ ਕਿ ਇਹ ਸਾਰੇ ਦੇ ਸਾਰੇ ਦੀਆਂ ਮੌਤਾਂ ਦਾ ਸੰਸਕਾਰ ਕਰਕੇ ਸਬੂਤ ਸਾਰੇ ਮਿਟਾ ਦਿੱਤੇ ਗਏ। ਔਰ ਪੁਲਿਸ 12 ਘੰਟਿਆਂ ਬਾਅਦ ਜਾਗਦੀ ਹੈ, 12 ਘੰਟਿਆਂ ਬਾਅਦ ਸਿੱਟ ਬਿਠਾਈ ਜਾਂਦੀ ਹੈ, ਸਿੱਟ ਦਾ ਗਠਨ ਹੁੰਦਾ ਹੈ, ਉਹ ਜਾਂਚ ਕਰੇਗੀ ਕੀ ਹੋਇਆ, ਕਿਹਦਾ ਪ੍ਰੈਸ਼ਰ ਪਿਆ, ਕੀ ਨਹੀਂ। ਬਟ ਡਿਊਰਿੰਗ ਦਿਸ ਪੀਰੀਅਡ ਹੀ SSP ਉੱਥੇ ਦੇ ਜਿਹੜੇ ਨੇ ਉਹ ਸੰਬੰਧਿਤ ਥਾਣੇ ਦੇ SHO ਨੂੰ ਸਸਪੈਂਡ ਕਰ ਦਿੰਦੇ ਨੇ। ਉਹ ਜਾਂਚ 12 ਘੰਟਿਆਂ ਬਾਅਦ ਕਿਉਂ ਬਣਾਈ ਗਈ, ਪੁਲਿਸ 12 ਘੰਟਿਆਂ ਬਾਅਦ ਕਿਉਂ ਜਾਗੀ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕਿਉਂ ਕਰਤਾ। ਚਲੋ ਤੁਸੀਂ ਪੋਸਟਮਾਰਟਮ ਸਿੱਟ ਬਣਾਈ ਹੈ, ਜਿਹਨੂੰ ਜੀ ਸੀ ਸਿੱਟ ਸਾਡੇ ਇੱਥੇ ਲਫ਼ਜ਼ ਕਿਉਂਕਿ ਇਸਤੇਮਾਲ ਹੁੰਦਾ ਹੈ ਜੇਕਰ ਸਾਡਾ ਉਹ ਬੇਅਦਬੀ ਦਾ ਮਾਮਲਾ ਹੈ ਤਾਂ ਉੱਥੇ ਇੱਕ ਸਿੱਟ ਹੈ। ਸਿੱਟ ਮੀਨਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ। ਕੋਈ ਗੱਲ ਨਹੀਂ, 12 ਘੰਟੇ ਬਾਅਦ ਵੀ ਬਣ ਗਈ, ਕੋਈ ਮੁੱਦਾ ਨਹੀਂ ਹੈ ਜੀ। ਜਾਂਚ ਹੋ ਜਾਏਗੀ, ਜਾਂਚ ਨੂੰ 7 ਦਿਨ ਵੀ ਲੱਗ ਸਕਦੇ, 15 ਦਿਨ ਵੀ ਲੱਗ ਸਕਦੇ ਨੇ, ਕਿਤੇ ਵੀ ਲੱਗਦੇ ਨੇ, ਅਮਰੀਕਾ 'ਚ ਵੀ ਲੱਗਦੇ ਨੇ। ਮਤਲਬ ਪੋਸਟਮਾਰਟਮ ਨਾ ਹੋਣ ਦੇਣਾ, ਮਤਲਬ ਉਹ ਤਾਂ ਸਬੂਤ ਹੀ ਨਹੀਂ ਹੈ ਕੋਈ, ਉਹ ਤਾਂ ਸਬੂਤ ਹੀ ਨਹੀਂ ਹੈ ਕੋਈ। ਮਤਲਬ ਪੁਲਿਸ ਨੂੰ ਇਤਲਾਹ ਤੱਕ ਨਹੀਂ ਦੇਣਾ। ਔਰ ਲੋਕ ਬਿਲਖ ਰਹੇ ਨੇ ਕਿ ਸਾਡੇ ਨਾਲ ਧੱਕਾ ਹੋਇਆ ਹੈ, ਸਾਡੇ ਉੱਤੇ ਇੱਕ ਪ੍ਰੈਸ਼ਰ ਬਿਲਡ ਕੀਤਾ ਗਿਆ, ਸਾਡੇ ਉੱਤੇ ਦਬਾਅ ਬਣਿਆ, ਜਿਹਦੇ ਕਰਕੇ ਜਾਨੀ 8 ਜਾਨਾਂ ਗਈਆਂ ਨੇ। 8 ਜਾਨਾਂ ਦੇ 7-8 ਜਾਨਾਂ ਦੇ ਸਬੂਤ ਹੀ ਖਤਮ ਕਰ ਦਿੱਤੇ ਗਏ, ਰਾਖ ਹੋ ਗਏ। ਉਹ ਤਾਂ ਸਾਰੇ ਦੇ ਸਾਰਾ ਸਬੂਤ ਉਹ ਕਿੱਥੋਂ ਰਾਖ ਦੇ ਵਿੱਚੋਂ ਉਹ ਸਾਰੀ ਸਿੱਟ ਕੀ ਕਰੇਗੀ ਐਸਾ, ਸਿੱਟ ਕਿਹੜੇ ਦਬਾਵਾਂ ਦੀ ਕੇਸ ਨੂੰ ਜਦੋਂ ਅੰਜਾਮ ਤੱਕ ਪਹੁੰਚਾਉਣਾ ਹੈ, ਜਿਹੜਾ ਤੁਸੀਂ 304 ਦਾ ਪਰਚਾ ਦਰਜ ਕੀਤਾ ਹੈ। ਤੁਸੀਂ ਅੰਦਾਜ਼ਾ ਲਾਓ, ਪੁਲਿਸ ਤੰਤਰ ਦਾ ਅੰਦਾਜ਼ਾ ਲਾਓ, ਜਾਂ ਇੰਨਾ ਬੇਖੌਫ ਹੋ ਚੁੱਕੇ ਇਹਨਾਂ ਲੋਕਾਂ ਦਾ ਲਾਓ। ਇਹਨਾਂ ਦਾ ਨੈਕਸਸ ਕਿਤੇ ਹੋਏਗਾ। ਇੱਕ ਔਰਤ ਦਾ ਨਾਂ ਆ ਰਿਹਾ ਜਿਹੜੀ ਉਹ ਸ਼ਰਾਬ ਦਾ ਧੰਦਾ ਚਲਾਉਂਦੀ ਹੈ, ਔਰ ਕਿੰਨਾ ਨੈਕਸਸ ਹੋਏਗਾ ਕਿ 7 ਜਾਨਾਂ ਜਾਣ ਦੇ ਬਾਵਜੂਦ ਵੀ ਪੁਲਿਸ ਨੂੰ ਇਤਲਾਹ ਤੱਕ ਨਹੀਂ ਦਿੱਤੀ ਗਈ ਔਰ ਸੰਸਕਾਰ ਕਰ ਦਿੱਤਾ ਗਿਆ। ਕਿੱਥੇ ਤੱਕ ਤਾਰਾਂ ਖੜਕੀਆਂ ਹੋਣਗੀਆਂ। ਇਹ ਗੱਲ ਹੈ ਜੀ, ਇਤਲਾਹ ਦੇਣ ਦੀ ਗੱਲ ਸ਼ਾਇਦ ਨਹੀਂ ਹੈ ਕਿ ਇਤਲਾਹ ਕਿੰਨੇ ਦੇਣੀ ਹੈ। ਗੱਲ ਤੇ ਹੈ ਕਿ ਪੁਲਿਸ ਆ ਪਹੁੰਚਦੀ ਹੈ, ਇਤਲਾਹ ਤਾਂ ਹੋ ਗਈ, ਪੁਲਿਸ ਤਾਂ ਆ ਪਹੁੰਚਦੀ ਹੈ, ਕੁਝ ਹੋ ਨਹੀਂ ਰਿਹਾ। ਗੱਲ ਜਿਹੜੀ ਕਰਦੇ ਪਏ ਆ ਕਿ ਸੰਸਕਾਰ ਪੋਸਟਮਾਰਟਮ ਦੇ ਬਗੈਰ ਕਿਉਂ ਹੋ ਗਏ, ਇਨਸ਼ੋਰ ਕੀਤਾ ਜਾ ਰਿਹਾ, ਇਨਸ਼ੋਰ ਕੀਤਾ ਜਾ ਰਿਹਾ ਹੈ। ਸਬੂਤ ਮਿਟਾ ਦਿੱਤੇ ਜਾਣ, ਜਿਵੇਂ ਸੇਧ ਅਗਨੀ ਭੇਟ ਕਰ ਦਿੱਤੀ ਜਾਣ। ਬਿਲਕੁਲ ਪਰਚਾ ਦਰਜ ਹੋ ਗਿਆ 304 ਦਾ। ਹਾਂਜੀ, ਚਲੋ ਜਾਂਚ ਹੋਏਗੀ। SHO ਤੁਸੀਂ ਦੱਸਿਆ ਸਸਪੈਂਡ ਹੋ ਗਏ ਨੇ, ਔਰ ਆਸ ਕਰਦੇ ਹਾਂ ਕਿ ਜਿਹੜੀਆਂ ਜਥੇਬੰਦੀਆਂ ਨੇ, ਸਮਾਜਿਕ ਜਥੇਬੰਦੀਆਂ ਨੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਇਸ ਗੱਲ ਦੇ ਵਿੱਚ। ਆਪੋਜੀਸ਼ਨ ਨੂੰ ਅੱਗੇ ਆਉਣਾ ਚਾਹੀਦਾ ਹੈ, ਵਿਰੋਧੀ ਪਾਰਟੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਹ ਪੰਜਾਬ ਦੇ ਵਿੱਚ ਨਹੀਂ ਟੋਲਰੇਟ ਕੀਤਾ ਜਾਣਾ ਚਾਹੀਦਾ। ਘੱਟੋ ਘੱਟ ਇਹੋ ਜਿਹੇ ਕਾਰੇ ਜਿਹੜੇ ਨੇ
ਕਿਉਂਕਿ ਜਾਂਚ ਹੋਏਗੀ, ਗ੍ਰਿਫਤਾਰੀ ਤਾਂ ਚਲੋ ਹੋ ਜਾਏਗੀ। ਜੀ। ਗੱਲ ਤੇ ਹੈ ਕਿ ਕੇਸ ਨੂੰ ਅਗਾਂਹ ਕਿਵੇਂ ਤੋਰਿਆ ਜਾਂਦਾ ਹੈ ਜੀ। ਔਰ ਅਸਲ ਦੋਸ਼ੀ ਨੂੰ ਰਜਵੀਂ ਡਟਵੀਂ ਸਜ਼ਾ ਕਿਵੇਂ ਇੱਕ ਤਾਂ ਉਹ ਹੈ ਜਿਹੜਾ ਨਜਾਇਜ਼ ਧੰਦਾ ਕਰਨ ਵਾਲੀ ਔਰਤ ਹੈ, Yes। ਔਰ ਫਿਰ ਜਿਹੜੀ ਪੁਲਿਸ ਔਰ ਉਹ ਵੱਲੋਂ ਬੇਖੌਫ ਹੈ। ਜਿਹੜੀ ਅਣਗਹਿਲੀ ਹੋਈ ਹੈ ਜਾਂ ਜਿਹੜਾ ਰਲੇਵਾਂ ਹੈ। Yes। ਤੋ ਦੇਖਦੇ ਹਾਂ ਕਿ ਇਹਦਾ ਤੰਤਰ ਜੋ ਹੈ ਸਾਡਾ, ਸਰਕਾਰ ਮੈਨੂੰ ਲੱਗਦਾ ਜੋ ਹੈ, ਆਉਣ ਵਾਲੇ ਅਸੀਂ ਦਿਨਾਂ ਦੇ ਕਿਵੇਂ ਵਿੱਚ ਇਹਦਾ ਖਾਸਾ, yes। ਨੋਟਿਸ ਲੈਂਦੇ ਨੇ ਔਰ ਬਿਲਕੁਲ। ਦੇਖਦੇ ਹਾਂ ਇਹ ਗੱਲ ਮਹੀਨੇ 2 ਮਹੀਨੇ 2.5 ਮਹੀਨੇ ਬਾਅਦ ਸਾਨੂੰ ਚੰਗੇ ਕਾਰਨਾਂ ਕਰਕੇ ਦੁਬਾਰਾ ਇਸ ਪ੍ਰੋਗਰਾਮ ਡਿਸਕਸ ਕਰਨ ਦਾ ਮੌਕਾ ਮਿਲਦਾ Yeah। ਕਿ ਵੀ ਹਾਂ ਕਿ ਹੱਥ ਕਿਤੇ ਨਾ ਪਾਇਆ ਕਿਤੇ ਗਿਆ ਕੁਛ, ਦੋਸ਼ੀਆਂ yes, ਨੂੰ। yes। ਤੇ ਅਗਲੀ ਗੱਲ ਹੁਣ ਅਸੀਂ ਕਰਨੀ ਹੈ ਜੀ, ਕਰੋਨਾ ਦੇ ਦਿਨ ਹਨ, ਕਰੋਨਾ ਦੀ ਮਹਾਮਾਰੀ ਹੈ। ਮਹਾਮਾਰੀ ਤੋਂ ਕੋਈ ਮੁਲਕ ਜਿਹੜਾ ਹੈ ਉਹ ਬਚਿਆ ਨਹੀਂ। ਜਿੰਨੇ ਮੁਲਕ ਦੁਨੀਆ ਦੇ ਹੈ ਨੇ, 200 ਤੋਂ ਵੱਧ ਮੁਲਕ ਨੇ, ਤੇ ਸਾਰਿਆਂ ਤੇ ਇਹਨੇ ਆਪਣੇ ਪੈਰ ਪਸਾਰੇ ਨੇ ਜੀ। ਹੈਰਾਨ ਹੈ ਦੁਨੀਆ, ਪਰੇਸ਼ਾਨ ਹੈ, ਵੈਕਸੀਨ ਹੈ ਨਹੀਂ ਹੈ, ਜ਼ੋਰ ਲੱਗਿਆ ਹੋਇਆ ਹੈ, ਦਵਾਈ ਹੈ ਨਹੀਂ ਹੈ, ਜ਼ੋਰ ਲੱਗਿਆ ਹੋਇਆ। ਅਮਰੀਕਾ 'ਚ ਵੀ ਲੱਗਿਆ, UK 'ਚ ਲੱਗਿਆ, ਚੀਨ 'ਚ ਲੱਗਿਆ, ਭਾਰਤ 'ਚ ਲੱਗਿਆ, ਥਾਂ ਥਾਂ ਜੀ। ਕਿਤੇ ਫਸਟ ਫੇਜ਼ ਦਾ ਟਰਾਇਲ ਹੈ, ਕਿਤੇ ਸੈਕਿੰਡ ਦਾ ਹੈ, ਕਿਤੇ ਥਰਡ ਦਾ ਹੈ। ਇਲਾਜ ਦੂਰ ਹੈ, ਪ੍ਰੀਵੈਂਸ਼ਨ ਦੂਰ ਹੈ। ਇਸ ਮਹਾਮਾਰੀ ਦੇ ਵਿੱਚ ਅਸੀਂ ਜਿੰਨੀ ਵੀ ਹੋਰ ਆਪਣੇ ਸਮਾਜ ਦਾ ਘਟੀਆ ਪਹਿਲੂ ਪੱਖ ਵੇਖ ਸਕਦੇ ਹਾਂ, ਉਹ ਸਾਨੂੰ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ ਹੈ। ਜਿਹੜੀ ਖਬਰ ਸ਼ੁੱਕਰਵਾਰ ਦੇ ਅਖਬਾਰ ਵਿੱਚ ਖਾਸ ਤੌਰ ਤੇ ਭਾਸਕਰ ਨੇ ਉਹਨੂੰ ਵੱਡੀ ਖਬਰ ਪਹਿਲੇ ਸਫ਼ੇ ਤੇ ਛਾਪਿਆ ਹੈ ਜੀ। ਕਰੀਬ ਕਿਉਂ ਜੀ ਇੱਕਦਮ ਸਾਡੇ ਇੱਥੇ 25 ਮਾਰਚ ਨੂੰ ਲਾਕਡਾਊਨ ਹੋਇਆ ਤੇ 24 ਮਾਰਚ ਨੂੰ ਸਗੋਂ ਪਹਿਲੋਂ ਇੱਕ ਦਿਨ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਰਫਿਊ ਅਨਾਉਂਸ ਕਰਤਾ। ਨਾਲ ਇਹ ਸੀ ਕਿ ਕੁਝ ਦਿਨਾਂ ਤੋਂ ਲੱਗ ਰਿਹਾ ਸੀ ਖਤਰਾ ਵੱਧ ਰਿਹਾ ਜੀ। ਤੋ ਇਸ ਬਾਬਤ ਫਿਰ ਇਹ ਵੀ ਸੀ ਕਿ ਗਰੀਬਾਂ ਨੂੰ ਮਾਰ ਵੱਡੀ ਵੱਜਣੀ ਹੈ, ਤਾਂ ਫਿਰ ਰਾਸ਼ਨ ਵਗੈਰਾ ਦਾ ਉਹਨਾਂ ਦੇ ਖਾਣੇ ਦਾ ਪ੍ਰਬੰਧ, ਥੈਲੀਆਂ ਬਣਾਈਆਂ ਗਈਆਂ ਜੀ, ਜਿਹਦੇ ਵਿੱਚ ਆਟਾ ਹੈ, ਦਾਲ ਹੈ, ਖੰਡ ਹੈ, ਤੇਲ ਹੈ, ਜਿਹੜੀਆਂ ਰਿਕੁਆਇਰਮੈਂਟਾਂ ਹੈਗੀਆਂ ਨੇ ਹੈ ਜੀ। ਇਹ ਦੱਸਦੇ ਹਨ ਕਿ ਵੀ 800 ਤੋਂ ਲੈ ਕੇ 900 ਰੁਪਏ ਦੀ ਇੱਕ ਥੈਲੀ ਬਣੀ ਹੈ। 25 ਲੱਖ ਥੈਲੀਆਂ ਨੇ ਹਾਂਜੀ, ਇਹ ਤਕਸੀਮ ਕੀਤੀਆਂ ਜਾਣੀਆਂ ਨੇ ਲੋੜਵੰਦ ਲੋਕਾਂ ਦੇ ਵਿੱਚ। ਜਿਹੜੀ ਖਬਰ ਤਾਜ਼ਾ ਹੈ ਉਹਦੇ 'ਚ ਦੱਸਦੇ ਪਏ ਨੇ ਕਿ 10,67,000 ਥੈਲੀਆਂ ਦਾ ਕੋਈ ਹਿਸਾਬ ਹੀ ਹੈ ਨਹੀਂ, ਜਿਹਦੀ ਕੀਮਤ 85 ਕਰੋੜ ਰੁਪਏ ਬਣਦੀ ਹੈ ਕਰੋਨਾ ਦੀ ਮਹਾਮਾਰੀ ਦੇ ਇਹਨਾਂ ਸਮਿਆਂ ਦੇ ਵਿੱਚ। ਤੁਸੀਂ ਦੇਖੋ, ਮਤਲਬ ਹੈਰਾਨੀ ਵਾਲੀ ਗੱਲ ਹੈ। ਡਾਟਾ ਸਾਹਮਣੇ ਆਇਆ ਜਿਸ ਵੇਲੇ ਮਿਲਾਨ ਕੀਤਾ ਗਿਆ ਕਿ ਕਿੰਨੀਆਂ ਥੈਲੀਆਂ ਬਣਾਈਆਂ ਗਈਆਂ, ਕਿੰਨੀਆਂ ਵਿਤਰਿਤ ਹੋਈਆਂ, ਕਿਹਦੇ ਥਰੂ ਹੋਈਆਂ, ਡਿਸਟ੍ਰਿਕਟ ਵਾਈਜ਼ ਸਾਰੇ ਜ਼ਿਲ੍ਹਿਆਂ ਦੇ ਵਾਸਤੇ ਕੁੱਲ 24,69,000 ਦਾ ਰਿਕਾਰਡ ਪੈਦਾ ਕੀਤਾ। ਥੈਲੀਆਂ ਸੀਗੀਆਂ 24,69,000 ਤੇ ਵਿੱਚੋਂ ਜਿਹੜੀਆਂ ਵਿਤਰਿਤ ਨਹੀਂ ਹੋਈਆਂ, ਜਿਹੜੀਆਂ ਗਾਇਬ ਹੋ ਗਈਆਂ, ਜਿਹੜੀਆਂ 10,67,000 ਜੇ 850 ਨੂੰ ਪੈਂਦੀ ਆ ਤਾਂ 85 ਕਰੋੜ ਦੇ ਕਰੀਬ, ਜਿਵੇਂ ਤੁਸੀਂ ਦੱਸਿਆ ਹੈ ਰਕਮ। ਗੱਲ ਕਰਪਸ਼ਨਾਂ ਚੱਲਦੀਆਂ ਰਹਿੰਦੀਆਂ ਨੇ, ਲੋਕਾਂ ਦਾ ਢਿੱਡ ਨਹੀਂ ਭਰਦਾ, ਨਾ ਭਰੇ ਕਰੀ ਜਾਣ, ਕਰਪਸ਼ਨਾਂ ਇਹਨਾਂ ਨੇ ਕਰਨੀਆਂ ਨੇ। ਪਰ ਜਦੋਂ ਤੁਸੀਂ ਕਿਸੇ ਗਰੀਬ ਦੇ ਮਤਲਬ ਮੌਤ ਦੇ ਮੂੰਹ 'ਚ ਪੈ ਰਹੇ ਗਰੀਬ ਦੇ, ਬਿਮਾਰੀ ਦੇ ਮੂੰਹ 'ਚ ਤੜਪ ਰਹੇ ਗਰੀਬ ਦੇ ਮੂੰਹ 'ਚੋਂ ਨਿਵਾਲਾ ਕੱਢ ਕੇ ਜਦੋਂ ਤੁਸੀਂ ਲੈ ਜਾਂਦੇ ਹੋ, ਐਸੇ ਫਿਰ ਦੇਖੋ ਨਾ, ਉਹਨਾਂ ਪੈਸਿਆਂ ਦੇ ਨਾਲ ਵਿਤਰਤ ਹੋ ਰਹੀਆਂ ਸੀ, ਪੈਸੇ ਦੇ ਨਾਲ ਤੁਸੀਂ ਕਾਰ 'ਚ ਬਿਠਾ ਕੇ ਆਪਣੇ ਬੱਚਿਆਂ ਨੂੰ ਮਾਲ ਦੇ ਵਿੱਚ ਲੈ ਕੇ ਜਾਓਗੇ, ਉਹਨਾਂ ਪੈਸੇ ਲੈ ਕੇ ਜਾਓਗੇ। ਔਰ ਉਹਨਾਂ ਦੀ ਮਾਫ ਕਰਨਾ ਨੇਚਰ ਬੜੀ ਬਿਆਨਤ ਹੁੰਦੀ ਹੈ। ਜਦੋਂ ਤੁਸੀਂ ਇਸ ਤਰੀਕੇ ਦੇ ਪੈਸੇ ਜਾਂਦੇ ਨੇ ਤਾਂ ਫਿਰ ਕਿਤੇ ਬਹੁਤ ਦੂਰ ਤੱਕ ਜਾਂਦੇ ਨੇ। ਇਹ ਬਦਦੁਆ ਵਰਗੀ ਗੱਲ ਹੋ ਜਾਣੀ ਆ ਜਿਹੜੀ ਇਹੋ ਜਿਹਾ, ਮਤਲਬ ਕਹਾ ਸੰਵੇਦਨਾ ਹੀ ਮਰ ਗਈ, ਤੁਹਾਡਾ ਆਤਮਾ ਹੀ ਮਰ ਗਈ, ਤੁਹਾਡੇ ਅੰਦਰ ਕੋਈ ਆਦਮੀਅਤ ਆ, ਬੰਦਾਈਪੁਣਾ ਜਿਹੜਾ ਹੈ ਉਹ ਮਰ ਗਿਆ ਤੁਹਾਡੇ ਵਿੱਚੋਂ। ਮਤਲਬ ਇਸ ਕਦਰ ਤੁਸੀਂ ਮਤਲਬ ਪ੍ਰਵਾਸ ਕਰਕੇ ਲੋਕ ਭੁੱਖੇ ਮਰ ਗਏ। ਬਿਹਤਰ ਜ਼ਿੰਦਗੀ ਵਾਸਤੇ ਲੋਕ ਜਿਹੜੇ ਨੇ ਸਾਡੇ ਇੱਥੋਂ ਪੰਜਾਬ ਤੋਂ ਜੀ, ਅਸੀਂ ਇੰਡੀਆ ਦੀ ਗੱਲ ਨਾ ਵੀ ਕਰੀਏ, ਪੰਜਾਬ ਤੋਂ ਸਾਡੇ ਲੋਕ ਬਿਹਤਰ ਜ਼ਿੰਦਗੀ ਵਾਸਤੇ 100 ਸਾਲ ਦਾ ਸਮਾਂ ਹੋ ਚੱਲਿਆ। ਕੈਨੇਡਾ ਅਮਰੀਕਾ ਦੇ ਚੱਲਦੇ ਪਏ ਦੂਰ ਤੱਕ ਅੱਜ ਵੀ ਉਨੀ ਤੜਪ ਹੈ, ਹੋਰ ਜ਼ਿਆਦਾ ਹੈ ਜੀ। ਅਮਰੀਕਾ ਪਹੁੰਚਣਾ ਔਖਾ ਹੈ, ਕੈਨੇਡਾ ਪਹੁੰਚਣਾ ਕੋਈ ਵਿਹਾਰ ਹੈ ਉਹਦਾ ਸੌਖਾ ਹੈ, ਕੋਈ ਸਟੂਡੈਂਟਸ਼ਿਪ ਵਾਸਤੇ ਜਾਂ ਪਹਿਲਾਂ ਅਪਲਾਈ ਕਰ ਰੱਖਿਆ। ਜ਼ਮੀਨ ਬਹੁਤ ਜ਼ਿਆਦਾ ਹੈ, ਪਾਪੂਲੇਸ਼ਨ ਇੰਨੀ ਜ਼ਿਆਦਾ ਨਹੀਂ ਹੈ, ਤੇ ਇਹ ਲੋਕ ਬਿਹਤਰ ਜ਼ਿੰਦਗੀ ਵਾਸਤੇ ਪ੍ਰਵਾਸ ਕਰ ਗਏ ਜੀ। ਜਿਹੜੇ ਇੱਧਰ ਪੰਜਾਬ ਦੇ ਵਿੱਚ, ਸਾਡੇ ਇੰਡੀਆ ਦੇ ਵਿੱਚ, ਜਿਹੜੇ ਉੱਤਰ ਪ੍ਰਦੇਸ਼, ਉੜੀਸਾ, ਝਾਰਖੰਡ, ਇਹਨਾਂ ਥਾਵਾਂ ਤੋਂ, ਬਿਹਾਰ ਤੋਂ, ਉਹ ਹੋਰਨਾਂ ਥਾਵਾਂ ਦੇ ਨਾਲ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਆ ਗਏ ਜੀ। ਸਾਡੇ ਪਰੇ ਤੇ ਉਧਰਲੇ, ਇੱਧਰ ਤੇ ਸਾਡੇ ਦੂਰ ਪਰੇ। ਬਿਲਕੁਲ ਇਹਨਾਂ ਲੋਕਾਂ ਨੂੰ ਇਸ ਜਿਹੜੇ ਪਹਿਲੋਂ ਲੱਖ ਸੀ, ਫਿਰ 2 ਲੱਖ ਸੀ, ਫਿਰ 4 ਲੱਖ ਸੀ, ਲੁਧਿਆਣਾ ਹੀ ਗੜ੍ਹ ਹੈ ਜੀ।
ਇਹ ਲੋਕ ਇਹਨਾਂ ਨੂੰ 10-12 ਲੱਖ ਲੱਖਾਂ ਦੀ ਤਾਦਾਦ ਦੇ ਵਿੱਚ ਇਹਨਾਂ ਨੇ ਵਾਪਸ ਘਰਾਂ ਨੂੰ ਚਾਲੇ ਪਾਏ, ਕਿਉਂਕਿ ਕਾਰੋਬਾਰ ਬੰਦ ਹੋ ਗਏ। ਬਿਲਕੁਲ ਬਿਲਕੁਲ। ਇਹ ਲੋਕ ਜਿਹੜੇ ਇੱਥੇ ਬਿਹਤਰ ਜ਼ਿੰਦਗੀ ਵਾਸਤੇ ਆਏ ਸੀ, ਇਹਨਾਂ ਚੋਂ ਕਾਫੀ ਲੋਕ ਤਾਂ ਪੱਕੇ ਸੀ ਜੀ, ਕਾਫੀ ਉਹ ਸੀ ਜਿਹੜੇ ਆ ਜਾਂਦੇ ਨੇ ਚਲੇ ਜਾਂਦੇ ਸੀ। ਸੀਜ਼ਨਲ ਉਧਰ ਫਸਲ ਦਾ ਹੈ ਉਹ ਕਰ ਲਿਆ, ਇੱਧਰ ਲਗਾ ਇੱਧਰ ਦਾ ਕਰ ਲਿਆ, ਝੋਨਾ ਬੀਜਣਾ ਸੀ, ਹੁਣ ਪਿੱਛੇ ਸਾਨੂੰ ਮੁਸ਼ਕਲਾਂ ਸੀ, ਬੰਦੇ ਹੈ ਨਹੀਂ ਜੀ ਜੀ। ਉਹ ਇਹ ਜਿਹੜੀਆਂ 10-11 ਲੱਖ ਥੈਲੀਆਂ ਗਾਇਬ ਹੋਈਆਂ ਨੇ, ਇਹਨਾਂ ਚੋਂ ਅਨੇਕ ਥੈਲੀਆਂ ਇਹਨਾਂ ਲੋਕਾਂ ਵਾਸਤੇ ਸਨ। ਜੇ ਇਹਨਾਂ ਨੂੰ ਮਿਲ ਜਾਂਦੀਆਂ ਤਾਂ ਕਿਤੇ ਉਹ ਸੜਕਾਂ ਤੇ ਇਹਨਾਂ ਦੀ ਦੁਰਗਤੀ ਨਾ ਹੁੰਦੀ, ਨਾ ਅਣਮਨੁੱਖੀ ਜਿਹੜਾ ਜਿਸ ਤਰੀਕੇ ਦੇ ਨਾਲ ਭੁੱਖੇ ਪਿਆਸੇ ਉਹ ਗਏ ਨੇ, ਜਿਹੜੇ ਉਹ ਮੰਜ਼ਰ ਨੇ ਉਹ ਯਾਦ ਨਹੀਂ ਕੀਤੇ ਜਾ ਸਕਦੇ। ਅਪ੍ਰੈਲ ਦੇ ਦਿਨਾਂ ਦੀ ਗੱਲ ਹੈ ਜਦੋਂ ਇਹ ਕੰਮ ਸ਼ੁਰੂ ਹੋ ਗਿਆ ਜੀ। ਬਿਲਕੁਲ। ਮੈਂ ਦੂਰਦਰਸ਼ਨ ਤੋਂ ਨਿਕਲਿਆ ਜੀ, ਹਾਂਜੀ, ਤੇ ਦੇਰਾ ਕਰੀਬ ਹੋ ਗਿਆ ਦਾ ਸੀ, 7:15 7:30 ਦਾ ਟਾਈਮ ਹੈ। ਨਕੋਦਰ ਚੌਂਕ ਪੈਂਦਾ, ਕਾਫੀ ਸਾਡੇ ਪੰਜਾਬੀ ਇਸ ਜੀਓਗ੍ਰਾਫੀ ਨੂੰ ਜਾਣਦੇ ਹੋਣ, ਜੀ ਜੀ, ਦੁਆਬੇ ਦੇ ਇਲਾਕੇ ਨੂੰ ਜਾਣਦੇ ਹੋਣ। ਬਿਲਕੁਲ। ਤੇ ਮੈਂ ਥੋੜਾ ਗੱਡੀ ਨੂੰ ਪੁੱਠਾ ਗਲਤ ਮੋੜ ਕੇ ਗਾਂਹ ਲੈ ਗਿਆ, ਤੇ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਯਾਰ ਲੋਡ ਪੈਣ ਤੇ ਇਹਨਾਂ ਨੂੰ ਰੋਕ ਲੈਣਾ। ਮੈਂ ਸੀ ਮੇਰੇ ਨਾਲ ਹਨੇਰੇ 'ਚ 2 ਮਿੰਟ ਗੱਲ ਕਰ ਲਵਾਂ, ਤੇ ਉਹ ਇਹ ਸੀ ਕਿ ਚੌਂਕ 'ਚ ਥੋੜੀ ਲਾਈਟ ਸੀ, ਸੜਕ ਤੇ ਬਾਕੀ ਲਾਈਟ ਨਹੀਂ ਸੀ, ਤੇ ਕੈਮਰੇ ਨੂੰ ਥੋੜੀ ਲਾਈਟ ਚਾਹੀਦੀ ਸੀ। ਮੈਂ ਕਿਹਾ ਵੀਡੀਓ ਸ਼ੂਟ ਕਰ ਲੈਣਾ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਇਹ ਕੰਮ ਸ਼ੁਰੂ ਹੋ ਚੁੱਕਿਆ ਸੀ ਪ੍ਰਵਾਸੀ ਮਜ਼ਦੂਰਾਂ ਦਾ, ਘਰਾਂ ਨੂੰ ਜਾਣ ਦਾ, ਔਰ ਨਾ ਕੋਈ ਜਾਣ ਦਾ ਸਾਧਨ ਸੀ, ਪੈਦਲ ਤੁਰੇ ਹੋਏ ਸੀ। ਔਰ ਵੱਡੀ ਵੱਡੀਆਂ ਕਹਾਣੀਆਂ ਬਣੀਆਂ, ਕਿਵੇਂ ਇੱਕ ਬੱਚੀ ਆਪਣੇ ਬਾਪ ਨੂੰ ਸਾਈਕਲ ਤੇ 1200 ਕਿਲੋਮੀਟਰ ਲੈ ਕੇ ਜਾ ਰਹੀ ਹੈ। ਬੰਦ ਹਵਾ ਸੇ ਲੋਕ ਚਿਹਰੇ ਕੱਜੇ ਹੋਏ। ਮੈਂ ਪੁੱਛਿਆ ਕਿਉਂ ਜਾ ਰਹੇ ਹੋ? ਕਹਿੰਦੇ क्या करें, काम ही नहीं है। मैंने कहा भाई पता है तुम्हें ये नया ऑर्डर आ गया है, इंटर स्टेट की बात छोड़ दो, इंटर डिस्ट्रिक्ट उन्होंने रोक लेना है। कहता नहीं जो भी होगा हम देख लेंगे, यहाँ क्या करें, भूखे मर जाएंगे। भाई ਇਹ ਥੈਲੀਆਂ ਉਹਨਾਂ ਕੋਲ ਪਹੁੰਚਦੀਆਂ, ਉਹਨਾਂ ਨੂੰ ਇਹ ਥਾਂ ਨਾ ਛੱਡਣੀ ਪੈਂਦੀ। ਫਿਰ ਤੁਸੀਂ ਦੇਖੋ ਨਾ ਤੁਖਾਂ ਤੱਕ ਕੀ ਹੈ ਕਿ ਇਹ ਥੈਲੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਨਜ਼ਰਸਾਨੀ 'ਚ ਸਥਾਨਕ MLAs, ਸਥਾਨਕ ਪੰਚ ਸਰਪੰਚ, ਸਥਾਨਕ ਕਾਉਂਸਲਰਸ, ਉਹਨਾਂ ਦੀ ਥਰੂ ਵੰਡੀਆਂ ਗਈਆਂ ਨੇ। ਔਰ ਫਿਰ ਇਹ ਕਿਵੇਂ ਹੁਸ਼ਿਆਰਪੁਰ ਸਭ ਤੋਂ ਮੋਹਰੀ ਇਸ ਮਾਮਲੇ 'ਚ, ਚੋਰੀ ਦੇ ਮਾਮਲੇ ਦੇ ਵਿੱਚ ਲੁਧਿਆਣਾ ਸੈਕੰਡ ਨੰਬਰ ਤੇ, ਕੋਈ ਜ਼ਿਲ੍ਹਾ ਨਹੀਂ ਬਚਿਆ। ਗੱਲ ਤਾਂ ਇਹ ਹੈ ਨਾ ਕਿ ਜਿੰਨੀ ਵੱਡੀ ਮੁਸ਼ਕਲ ਆਏਗੀ, ਜਿੰਨੀ ਵੱਡੀ ਵਿਪਦਾ ਆਏਗੀ, ਓਡੀਆਂ ਵੱਡੀਆਂ ਫੰਡਿੰਗਸ ਰਿਲੀਜ਼ ਹੋਣਗੀਆਂ, ਔਰ ਓਡੀਆਂ ਵੱਡੀਆਂ। ਇਹ ਸਾਡੀ ਪਰ ਇਹੋ ਜਿਹੇ ਸਾਡਾ ਇਖਲਾਕ ਮਹਾਮਾਰੀ ਦੇ ਸਾਡਾ ਇਖਲਾਕ ਮਰ ਚੁੱਕਾ ਹੈ। ਮਤਲਬ ਸਾਡੇ ਕੋਈ ਜ਼ਮੀਰ ਮਰ ਚੁੱਕੀ ਹੈ ਇਹਨਾਂ ਲੋਕਾਂ ਦੀ। ਇਹਦੇ ਵਿੱਚ ਪੋਲੀਟੀਕਲ ਲੋਕ ਵੀ ਇਨਵੋਲਵ ਹੋਣਗੇ, ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਲੋਕ ਵੀ ਇਨਵੋਲਵ ਹੋਣਗੇ, ਔਰ ਲੋਕਾਂ ਦਾ, ਟੈਕਸ ਪੇਅਰ ਦਾ, ਇਮਾਨਦਾਰਾਂ ਦਾ ਪੈਸਾ ਇਹ ਸਾਰੇ ਦਾ ਸਾਰਾ ਜਿਹੜਾ ਸਰਕਾਰਾਂ ਲਾਉਂਦੀਆਂ ਹੁੰਦੀਆਂ ਨੇ ਇਹੋ ਜਿਹੇ ਮਾਮਲਿਆਂ ਦੇ ਵਿੱਚ। ਔਰ ਇਹ ਸਾਰੇ ਜ਼ਿਲ੍ਹਿਆਂ ਦੀ ਕਹਾਣੀ, ਸਾਰੇ ਜ਼ਿਲ੍ਹਿਆਂ ਦੀ। ਇਹਦੀ ਫਿਗਰਸ ਵੀ ਆਈਆਂ ਦੀਆਂ ਨੇ, ਹੁਸ਼ਿਆਰਪੁਰ ਕਿੰਨਾ, ਲੁਧਿਆਣਾ। ਬਸ ਉਹ ਜਿਸ ਵੇਲੇ ਮਿਲਾਨ ਕਰਨਾ ਸ਼ੁਰੂ ਹੋਇਆ ਉਸ ਵੇਲੇ ਪਤਾ ਲੱਗਾ ਵੀ ਹੁਣ ਜੁਲਾਈ 'ਚ ਮੰਗੀ ਨਾ 10.25 ਲੱਖ ਥੈਲੀ ਜਿਹੜੀ ਆ, 85 ਕਰੋੜ ਦੀ ਥੈਲੀ ਜਿਹੜੀ ਉਹ ਗਾਇਬ ਹੋ ਗਈ। ਜਲੰਧਰ ਦੀ ਖਬਰ ਆਈ ਸੀ ਉੱਤਰੀ ਹਲਕੇ ਦੀ ਕਿ ਕਿਵੇਂ ਇੱਕ ਹੋਟਲ ਦੇ ਵਿੱਚੋਂ ਬਹੁਤ ਸਾਰੀਆਂ ਥੈਲੀਆਂ ਉਹ ਪਾਈਆਂ ਗਈਆਂ, ਜਿਹੜੀਆਂ ਇਹ ਵਿਤਰਤ ਕੀਤੀਆਂ। MLA ਸਾਹਿਬ ਕਹਿ ਰਹੇ ਵੀ ਹਾਂ ਮੈਂ ਰੱਖੀਆਂ, ਵੰਡਣ ਵਾਸਤੇ ਰੱਖੀਆਂ ਹੋਈਆਂ। ਉਹ ਵੰਡਣੀਆਂ ਕਿਹਨੂੰ ਨੇ ਤੇ ਕਦੋਂ ਵੰਡਣੀਆਂ ਨੇ ਇਹ ਨਹੀਂ ਉਹਨਾਂ ਨੇ ਦੱਸਿਆ। ਹਾਲਾਂਕਿ ਉਹ ਦੱਬ ਜਿਹਾ ਗਿਆ ਮਾਮਲਾ। ਪੱਤਰਕਾਰੀ ਮੈਂ ਵਿੱਚ ਲੋਕਲ ਕਵਰੇਜ ਵੀ ਦੇਖਦਾ ਸੀ, ਬੜੀ ਖਹਿਬਾਜ਼ੀ ਹੋ ਰਹੀ ਸੀ। ਉਹ ਲੋਕਲ ਪੱਤਰਕਾਰ ਜਿਹੜੇ ਹਨ, ਲੋਕਲ ਜਿਹੜੇ ਆਪਣਾ ਵਿਦ ਵੀਡੀਓ ਉਹ ਉਹਨਾਂ ਨੂੰ ਔਖੇ ਹੋ ਕੇ ਸਵਾਲ ਪੁੱਛਦੇ ਪਏ ਵੀ ਸਾਡੇ ਆ, ਉਹ ਜਵਾਬ ਦੇ ਨਹੀਂ ਰਹੇ, ਉਹ ਪੁੱਛਦੇ ਪਏ ਆ। ਉਹ ਆਪਸ 'ਚ ਵੀ ਪੱਤਰਕਾਰ, ਵੀਡੀਓ ਪੱਤਰਕਾਰ ਵੀ ਉਹ ਖਹਿਬਾਜ਼ੀ ਤੇ ਆ ਗਏ ਨੇ। ਉਹ ਇਹੋ ਜਿਹੀ ਪੱਤਰਕਾਰੀ ਸਥਾਨਕ ਜਿਹੜਾ ਰਿਪੋਰਟਰ ਹੈ ਉਹ ਵਧੀਆ ਕਰਦਾ ਹੈ ਨਾ। ਬਿਲਕੁਲ। ਉਹ ਉਹਦੇ 'ਚ ਫਿਰ ਸੋਫਿਸਟੀਕੇਸ਼ਨ ਨਹੀਂ ਰਹਿ ਜਾਂਦੀ, ਉਹ ਆਮੋ ਸਾਹਮਣੇ ਹੋ ਕੇ ਕਰ ਲੈਂਦੇ ਨੇ ਵੀ ਸਾਡੇ ਪੱਤਰਕਾਰ ਦੋਸਤ ਨਾਲ ਪਹਿਲੋਂ ਮਾੜੀ ਹੋ ਚੁੱਕੀ ਹੈ, ਕਰ ਕਰਾ ਕੇ ਕਹਿੰਦਾ ਤੂੰ ਮੇਰੀ ਗੱਲ ਦਾ ਜਵਾਬ ਦੇ, ਤੂੰ ਮੇਰੀ ਗੱਲ ਦਾ ਜਵਾਬ। ਜਿਨ੍ਹਾਂ ਤੇ ਇਲਜ਼ਾਮ ਲੱਗ ਰਿਹਾ ਸੀ ਵੀ ਇੱਥੇ ਕਿਵੇਂ ਰੱਖੀਆਂ ਗਈਆਂ, ਕੌਣ ਨੇ, ਕਿਉਂ ਕਹਿੰਦੇ ਮੈਂ ਰਖਵਾਈਆਂ, ਤੇ ਉਹ ਖਹਿਬਾਜ਼ੀ ਜੀ ਹੋ ਰਹੀ ਹੈ। ਤੇ ਉਹ ਹੁਣ ਉਹਦੇ 'ਚੋਂ ਗੱਲ ਤਾਂ ਅੱਗੋਂ ਵੇਖਣ ਦੀ ਇਹ ਹੈ ਕਿ ਜਿਹੜਾ ਐਡਾ ਵੱਡਾ ਇਹ ਖਬਰ ਸਾਹਮਣੇ ਆਈ ਅੱਜ ਦੀ, ਕਿ ਇਹਨੇ ਕਿਤੇ ਟਿਕਾਣੇ ਕਿਤੇ ਲੱਗਣਾ, ਕਿਤੇ ਹੱਥ ਪਾਊਗਾ ਕਿ ਇਹ ਲੋਕ ਜਿਹੜੇ ਇੰਨਾ ਸਮਾਇਆ ਲੁੱਟ ਕੇ ਖਾ ਗਏ। ਕਿਉਂਕਿ ਜਿਸ ਤਰੀਕੇ ਦੇ ਨਾਲ ਵਿੱਚ ਐਡਮਿਨਿਸਟ੍ਰੇਸ਼ਨ, DC ਡਾਇਰੈਕਟਰ ਇਨਵੋਲਵ ਨੇ, ਉਸ ਵੇਲੇ ਤਾਂ ਸਾਰੇ ਆਰਡਰ ਹੀ DC ਕੋਲ। ਕਰਫਿਊ ਦੇ ਦੌਰਾਨ ਤਾਂ ਅਸੀਂ ਦੇਖਦੇ ਹਾਂ ਕਿ ਇਸ ਤਰੀਕੇ ਦੇ ਨਾਲ ਫਿਰ ਉਹ ਪੋਲੀਟੀਕਲ ਲੋਕਾਂ ਦਾ ਤਾਂ ਉੱਥੇ ਰੱਖ ਰਖਾਓ ਉਹ ਕੋਈ ਰਹਿੰਦਾ ਮਾਇਨਾ ਹੀ ਨਹੀਂ, ਕੋਈ ਨਹੀਂ ਹੁੰਦਾ ਕਰਫਿਊ ਦੇ ਵਿੱਚ। ਜਿਸ ਸਾਰਾ ਦਾ ਤਾਂ ਉਹ ਕਿਵੇਂ DC ਦੇ ਥਰੂ ਹੀ ਸਾਰੇ ਦਾ ਸਾਰਾ ਹੁੰਦਾ ਸੀਗਾ, ਭਾਵੇਂ ਵਿਤਰਤ MLA ਕਰਦੇ ਸੀ ਜਾਂ ਕਾਉਂਸਲਰ ਕਰਦੇ ਸੀਗੇ, ਕੋਈ ਵੀ ਕਰਦੇ ਸੀਗੇ। ਸੋ ਉਹ ਮੈਨੂੰ ਲੱਗਦਾ ਇਹ ਸਾਰੇ ਦਾ ਸਾਰਾ ਐਡਮਿਨਿਸਟ੍ਰੇਸ਼ਨਲ, ਸਾਰੇ ਦਾ ਸਾਰਾ ਸਰਕਾਰੀ ਤੰਤਰ, ਸਾਰੇ ਦਾ ਸਾਰਾ ਪੋਲੀਟੀਕਲ ਤੰਤਰ
ਸਾਰੇ ਦੇ ਸਾਰੇ ਉਹ ਸਮਾਜਿਕ ਜਥੇਬੰਦੀਆਂ ਜਿਹੜੀਆਂ ਤੇ ਕਿਤੇ ਨਾ ਕਿਤੇ ਅਸੀਂ ਸਤਿਕਾਰ ਨਾਲ ਭਾਵ ਨਾਲ ਜ਼ਿਕਰ ਕਰਦੇ ਆ, ਤੇ ਕਿੱਥੇ ਜਦੋਂ ਇਹੋ ਜਿਹੇ ਸਵਾਲ ਆ ਜਾਂਦੇ ਨੇ ਤੇ ਮਨ ਖੱਟਾ ਹੁੰਦਾ ਹੈ ਕਿ ਯਾਰ ਹੁਣ ਇਹਨਾਂ ਨੂੰ ਵੀ ਇਹ ਕਹਿਣਾ ਪਏਗਾ ਸਾਨੂੰ। ਜ਼ਹਿਰੀਲੀ ਸ਼ਰਾਬ ਦੀ ਖਬਰ ਜਾਂ ਤਾਂ ਫਿਰ ਇਹ ਘਿਨਾਉਣੀ ਖਬਰ। ਤੋ ਇਸ ਪਿੱਛੇ ਸਾਨੂੰ ਪਤਾ ਸੀ ਤਿੰਨੇ ਖਬਰਾਂ ਕਰਨੀਆਂ ਸੀ। ਇਸ ਪਿੱਛੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਉਹ ਸ਼ਹੀਦ ਊਧਮ ਸਿੰਘ ਹੋਰਾਂ ਦੀ ਕੁਰਬਾਨੀ ਨੂੰ ਲੈ ਕੇ ਕੀਤੀ। ਹਾਂਜੀ, ਉਹਨਾਂ ਦੇ ਜਲਵਾ ਜਲਾਉ ਨੂੰ ਲੈ ਕੇ ਕੀਤੀ। ਇਸ ਪਿੱਛੇ ਸੀ ਕਿ ਸਾਡੇ ਕੋਲ ਅਕਸਰ, ਕਿਉਂਕਿ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਉਣਤਾਈਆਂ ਬੜੀਆਂ ਕਸਰਾਂ ਹੈਗੀਆਂ ਨੇ, ਪਰ ਕੀ ਕਰੀਏ, ਇਹ ਨਾਲ ਨਾਲ ਜੀਣਾ ਪੈਂਦਾ ਹੈ। ਕੁਝ ਲੋਕ ਤਾਂ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਅਗਾਂਹ ਪਰੇ ਨਿਕਲ ਗਏ। ਅਸੀਂ ਕਿਤੇ ਇੱਥੇ ਟਿਕੇ ਹੋਏ ਹਾਂ ਕਿ ਇੱਥੇ ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ ਹਾਲਾਤ ਬਿਹਤਰ ਹੋਣਗੇ। ਔਰ ਅਸੀਂ ਸਮਾਂ ਮੁਕਾ ਲਿਆ ਹੈ, ਗੱਲਬਾਤ ਦਾ ਇਸ਼ਾਰਾ ਹੋ ਰਿਹਾ ਹੈ। ਆਪ ਜੀ ਦਾ ਸ਼ੁਕਰੀਆ ਅਦਾ ਕਰਨਾ ਹੈ। ਸ਼ੁਕਰੀਆ ਆਪ ਜੀ ਦਾ।